ਕੰਚੀ ਟੀਵੀ ਨਾਲ ਜੁੜ ਬੈਠੇ ਸਾਰੇ ਦੇਖਣ ਵਾਲੇ ਮੇਰੇ ਦੋਸਤ ਮਿੱਤਰ ਭੈਣਾਂ ਭਰਾਵਾਂ ਨੂੰ ਜੀ ਆਇਆਂ, ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ, ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਤੇ। ਅੱਜ ਦੇ ਪ੍ਰੋਗਰਾਮ ਵਿੱਚ ਸਾਂਝੀਵਾਲਤਾ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਿਆ ਕਰਦਾ ਹਾਂ ਹਮੇਸ਼ਾ ਹੀ ਸਾਂਝੀਵਾਲਤਾ ਦੀ, ਸਾਰੇ ਧਰਮਾਂ ਦੀ ਗੱਲ ਕਰਿਆ ਕਰਦੇ ਹਾਂ। ਖਾਸ ਕਰਕੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਜੋ ਕਿ ਇੱਕ ਰੈਵੋਲੂਸ਼ਨਰੀ ਗੁਰੂ ਹਨ, ਉਹ ਇੱਕ ਇਹੋ ਜਿਹੇ ਫਿਲਾਸਫਰ ਜਾਂ ਸੇਂਟ ਹਨ ਜਿਨ੍ਹਾਂ ਨੇ ਹਰ ਇੱਕ ਟੌਪਿਕ 'ਤੇ ਬਾਣੀ ਦੇ ਵਿੱਚ ਸ਼ਬਦਾਂ ਨੂੰ ਲਿਖਿਆ। ਉਹਨਾਂ ਨੇ ਉਸ ਵੇਲੇ ਇੱਕ ਫਰੀडम ਫਾਈਟਰ ਦੀ ਤਰ੍ਹਾਂ ਇੱਕ ਇਹੋ ਜਿਹੀ ਰੈਵੋਲੂਸ਼ਨ ਲੈ ਕੇ ਆਂਦੀ ਜੋ ਅੱਜ ਵੀ ਅਸੀਂ ਹਿਊਮੈਨਿਟੀ ਜਾਂ ਹਿਊਮਨ ਰਾਈਟ ਦੇ ਹਿਸਾਬ ਦੇ ਨਾਲ ਦੇਖਦੇ ਹਾਂ। ਅਤੇ ਸਾਨੂੰ ਲੱਗਦਾ ਹੈ ਕਿ ਸਤਿਗੁਰੂ ਰਵਿਦਾਸ ਜੀ ਸ਼ਾਇਦ ਗੱਲ ਅੱਜ ਦੀ ਹੀ ਕਰ ਰਹੇ ਹੋਣ, ਸ਼ਾਇਦ ਸਤਿਗੁਰੂ ਰਵਿਦਾਸ ਜੀ ਗੱਲ ਹੁਣ ਦੀ ਹੀ ਕਰ ਰਹੇ ਹੋਣ। ਉਹਨਾਂ ਦੇ ਸ਼ਬਦਾਂ ਨੂੰ ਪੜ੍ਹਨਾ, ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਨੌਲੇਜ ਲੈਣਾ, ਉਹ ਸਾਨੂੰ ਇੱਕ ਮੁਕਤੀ ਦਾ ਜਾਂ ਜਿਸ ਨੂੰ ਆਪਾਂ ਇਹ ਕਹਿ ਦਈਏ ਕਿ ਸੈਲਵੇਸ਼ਨ, ਜਿਸ ਨੂੰ ਆਪਾਂ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਦੁਬਿਧਾ ਦੇ ਵਿੱਚ, ਡਿਊਲਿਟੀ ਦੇ ਵਿੱਚ, ਹਨੇਰੇ ਦੇ ਵਿੱਚ ਘੁੰਮਦੇ ਰਹਿੰਦੇ ਹਾਂ। ਇੱਧਰ ਉੱਧਰ ਜੋ ਸਾਡੇ ਪੈਸ਼ਨਸ ਹਨ ਅਸੀਂ ਉਹਨਾਂ ਨਾਲ ਅਟੈਚ ਹੋ ਰਹਿੰਦੇ ਹਾਂ। ਪਰ ਜਦੋਂ ਕਿਸੇ ਵੀ ਆਦਮੀ 'ਤੇ ਕੋਈ ਮੁਸ਼ਕਿਲ ਆਉਂਦੀ ਹੈ, ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਹਾਰਡ ਟਾਈਮ ਆਉਂਦਾ ਹੈ, ਅਤੇ ਫਿਰ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਪਰਮਾਤਮਾ ਨੂੰ ਯਾਦ ਕਰਦੇ ਹਾਂ। ਪਰ ਪਰਮਾਤਮਾ ਨੂੰ ਯਾਦ ਕਰਨ ਤੋਂ ਪਹਿਲਾਂ ਅਸੀਂ ਉਸ ਨੂੰ ਬਰਾਈਵ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੇ ਸੰਤਾਂ ਨੂੰ, ਭਗਤਾਂ ਨੂੰ, ਜਾਂ ਫਿਰ ਜੋ ਵੀ ਪ੍ਰੀਚਰਸ ਹੁੰਦੇ ਹਨ। ਸ਼ਾਇਦ ਅਸੀਂ ਇਹ ਸੋਚ ਲੈਂਦੇ ਹਾਂ ਕਿ ਸ਼ਾਇਦ ਪ੍ਰੇਅਰ ਕਰਕੇ, ਪੂਜਾ ਕਰਕੇ, ਪਾਠ ਕਰਕੇ ਜਾਂ ਫਿਰ ਪੂਜਾ ਕਰਵਾ ਕੇ ਸ਼ਾਇਦ ਮੇਰੀ ਜ਼ਿੰਦਗੀ ਸਫਲ ਹੋ ਜਾਵੇਗੀ। ਗੁਰੂ ਰਵਿਦਾਸ ਜੀ ਨੇ ਜਿੰਨੇ ਵੀ ਸ਼ਬਦ ਲਿਖੇ ਹਨ ਸਾਰਿਆਂ ਨੂੰ ਵੱਖੋ ਵੱਖ ਰਾਗਾਂ ਦੇ ਵਿੱਚ ਲਿਖਿਆ ਹੈ। ਜਰਾ ਸੋਚ ਲਈਏ ਕਿ ਅੱਜ ਤੋਂ 600 ਸਾਲ ਪਹਿਲਾਂ ਜਾਂ 650 ਈਅਰ ਪਹਿਲਾਂ, ਕਿਉਂਕਿ ਗੁਰੂ ਰਵਿਦਾਸ ਜੀ 600 ਤੋਂ ਵੀ ਜ਼ਿਆਦਾ ਸਾਲ ਪਹਿਲਾਂ ਦੁਨੀਆ 'ਤੇ ਆਏ। ਮਾਘ ਦੀ ਪੁੰਨਿਆ 1377 1377 ਦੇ ਵਿੱਚ ਉਹਨਾਂ ਨੇ ਜਨਮ ਲਿਆ ਕਾਂਚੀ ਬਨਾਰਸ ਦੀ ਧਰਤੀ ਦੇ ਵਿੱਚ। ਅਤੇ ਉਹਨਾਂ ਨੇ ਇੱਕ ਇਹੋ ਜਿਹੀ ਰੈਵੋਲੂਸ਼ਨ ਲੈ ਕੇ ਆਂਦੀ ਜਿਨ੍ਹਾਂ ਨੂੰ ਅੱਜ ਵੀ ਅਸੀਂ, ਚਾਹੇ ਅਸੀਂ ਫਿਲਾਸਫੀ ਦੇ ਹਿਸਾਬ ਦੇ ਨਾਲ ਕਹਿ ਲਈਏ ਜਾਂ ਫਿਰ ਸਾਇੰਸ ਦੇ ਹਿਸਾਬ ਦੇ ਨਾਲ ਕਹਿ ਲਈਏ, ਕਿ ਉਹਨਾਂ ਦੇ ਜਿੰਨੇ ਵੀ ਸ਼ਬਦ ਹਨ ਉਹ ਬਹੁਤ ਹੀ ਐਜੂਕੇਸ਼ਨਲ ਹਨ। ਉਹਨਾਂ ਸ਼ਬਦਾਂ ਤੋਂ ਸਾਨੂੰ ਮਿਲਦਾ ਹੈ ਕਿ ਸਾਨੂੰ ਇੱਧਰ ਉੱਧਰ ਭਟਕਣ ਦੀ ਜ਼ਰੂਰਤ ਨਹੀਂ, ਦੁਬਿਧਾ ਦੇ ਵਿੱਚ, ਡਿਊਲਿਟੀ ਦੇ ਵਿੱਚ ਪੈ ਕੇ ਸਾਨੂੰ ਪਖੰਡਬਾਜ਼ੀ ਦੇ ਵਿੱਚ ਪੈਣ ਦੀ ਕੋਈ ਜ਼ਰੂਰਤ ਨਹੀਂ। ਗੁਰੂ ਰਵਿਦਾਸ ਜੀ ਦੇ ਸ਼ਬਦ ਵੱਖ-ਵੱਖ ਰਾਗਾਂ ਦੇ ਵਿੱਚ ਲਿਖੇ ਹੋਏ ਹਨ। ਜਸਟ ਇਮੈਜਿਨ ਕਿ ਉਸ ਵੇਲੇ 600 ਸਾਲ ਪਹਿਲਾਂ ਜਾਂ 650 ਈਅਰਸ ਪਹਿਲਾਂ, ਜਿਸ ਵੇਲੇ ਉਹਨਾਂ ਨੂੰ ਕੋਈ ਰਾਈਟ ਨਹੀਂ ਸੀ, ਕੋਈ ਵੀ ਹੱਕ ਨਹੀਂ ਸੀ, ਪਰ ਉਸ ਵੇਲੇ ਵੀ ਉਹਨਾਂ ਨੇ ਇੱਕ ਇਹੋ ਜਿਹੀ ਰੈਵੋਲੂਸ਼ਨ ਲੈ ਕੇ ਆਂਦੀ ਜੋ ਅੱਜ ਵੀ ਸਾਨੂੰ ਲੱਗਦਾ ਹੈ ਕਿ ਉਹਨਾਂ ਦੇ ਜੋ ਵਿਚਾਰ ਸਨ, ਜੋ ਉਹਨਾਂ ਦੀ ਸੋਚ ਹੈ, ਉਹ ਅੱਜ ਵੀ ਇਨਸਾਨੀਅਤ ਦੇ ਲਈ, ਹਿਊਮੈਨਿਟੀ ਦੇ ਲਈ, ਬਰਾਬਰਤਾ ਦੇ ਲਈ, ਆਪਸੀ ਭਾਈਚਾਰੇ ਦੇ ਲਈ ਬਿਲਕੁਲ ਉਹ ਟੂ ਦਾ ਪੁਆਇੰਟ ਉਤਰਦੀ ਹੈ। ਗੁਰੂ ਰਵਿਦਾਸ ਜੀ ਆਪਣੇ ਇੱਕ ਸ਼ਬਦ ਵਿੱਚ ਲਿਖਦੇ ਹਨ, ਜਿੰਨੇ ਵੀ ਉਹਨਾਂ ਨੇ ਸ਼ਬਦ ਲਿਖੇ ਹਨ ਸਾਨੂੰ ਸਮਝਾਉਣ ਦੇ ਲਈ, ਸਾਨੂੰ ਲੈਸਨ ਦੇਣ ਦੇ ਲਿਖੇ ਹਨ। ਉਹਨਾਂ ਨੇ ਸ਼ਬਦ ਦੇ ਵਿੱਚ ਲਿਖਿਆ ਹੈ ਕਿ ਖੱਟ ਕਰਮ ਕੁਲ ਸੰਯੁਕਤ ਹੈ, ਹਰ ਭਗਤੀ ਹਿਰਦੇ ਨਾਏ, ਚਰਨਾਰ ਬਿੰਦ ਨਾ ਕਥਾ ਭਾਵੇ, ਸੁਪਚ ਤੁਲ ਸਮਾਨ। ਖੱਟ ਕਰਮ ਇਹ ਕਹਿੰਦੇ ਨੇ ਕਿ 6 ਤਰ੍ਹਾਂ ਦੀ ਜੋ ਰਿਚੁਅਲ ਰੀਤ ਰਿਵਾਜ ਹਨ, ਪੜ੍ਹਨਾ, ਪੜ੍ਹਾਉਣਾ, ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਸ਼ ਕਰਨਾ ਜਾਂ ਜਗ ਕਰਵਾਉਣਾ, ਇੱਥੇ ਤੱਕ ਹੀ ਅਸੀਂ ਲਿਮਟਿਡ ਜਿਹਾ ਰਹਿ ਜਾਂਦੇ ਹਾਂ। ਇਹਨਾਂ ਕੰਮਾਂ ਦੇ ਵਿੱਚ ਪੈ ਕੇ ਹੀ ਅਸੀਂ ਜੋ ਐਕਚੁਅਲੀ ਰਿਐਲਿਟੀ ਹੈ, ਸੱਚਾਈ ਹੈ, ਅਸੀਂ ਉਸ ਤੋਂ ਦੂਰ ਚਲੇ ਜਾਂਦੇ ਹਾਂ। ਰਿਚੁਅਲ ਦੇ ਵਿੱਚ ਪੈ ਕੇ, ਰੀਤਾਂ ਰਿਵਾਜਾਂ ਵਿੱਚ ਪੈ ਕੇ, ਇਹ ਕੰਮ ਕਿਸ ਵੇਲੇ ਕਰਨਾ ਹੈ, ਇਹ ਪ੍ਰੇਅਰ ਕਿਸ ਵੇਲੇ ਕਰਨੀ ਹੈ, ਅਸੀਂ ਇਹਨਾਂ ਹੀ ਗੱਲਾਂ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਹੋਰ ਵੀ ਕਨਫਿਊਜ਼ ਕਰਦੇ ਰਹਿੰਦੇ ਹਾਂ। ਪਰ ਗੁਰੂ ਰਵਿਦਾਸ ਜੀ ਨੇ ਜਿੰਨੇ ਵੀ ਸ਼ਬਦ ਲਿਖੇ ਹਨ, ਉਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਲਾਈਟ, ਇੱਕ ਚਾਨਣ ਲਿਆ ਕੇ, ਇੱਕ ਉਹ ਜੋ ਦੁਬਿਧਾ ਹੈ, ਡੁਅਲਿਟੀ ਹੈ, ਜੋ ਹਨੇਰਾ ਹੈ, ਜਿਸ ਦੇ ਵਿੱਚ ਅਸੀਂ ਫਸੇ ਰਹਿ ਜਾਂਦੇ ਹਾਂ,
ਉਹਨਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਸਾਨੂੰ ਬਹੁਤ ਸਾਰੇ ਰਸਤੇ ਦਿਖਾਏ ਹਨ। ਕਲਯੁਗ ਦਾ ਟਾਈਮ ਹੈ ਜਿਸ ਨੂੰ ਆਪਾਂ ਆਇਨ ਏਜ ਕਹਿੰਦੇ ਹਾਂ। ਜਿਸ ਤਰ੍ਹਾਂ ਵੀ ਫਿਲਾਸਫਰਾਂ ਨੇ, ਸੰਤਾਂ ਨੇ ਜਾਂ ਗੁਰੂਆਂ ਨੇ, ਪੀਰਾਂ ਨੇ ਲਿਖਿਆ, ਅਸੀਂ ਉਸ ਨੂੰ ਆਪ ਦੇ ਨਾਲ ਸ਼ੇਅਰ ਕਰਦੇ ਹਾਂ। ਗੁਰੂ ਜੀ ਨੇ ਰਾਗ ਬ੍ਰੈਗਣ ਦੇ ਵਿੱਚ ਲਿਖਿਆ ਹੈ, ਸਤਜੁਗ ਸਤ ਤੇ ਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों दिड़े कल केवल नाम आधार। कहते हैं कि दुनिया दे विच सतयुग आया, तेता युग आया, द्वापर युग आया ते उस तो बाद दे विच कल युग की गल गुरु जी करते हैं। सतयुग जिसनों गोल्डन एज कहा जाता है। गोल्डन एज दे विच कहते हैं कि लोग सारे सच बोलिया करते सन, कोई भी झूठ नहीं सी बोलता, कोई भी एक्सक्यूज नहीं सी बनाता, लोगों के विच एक इहो जी इंसानियत सी। उस तो बाद दे विच दूसरा युग आ गया जिसनों तेता युग कहा जाता है। तेता युग जिसनों गोल्डन एज तो बाद दे विच सिल्वर एज कहा जाता है कि उस युग दे विच लोग जग करया करते सन, चैरिटेबल फीस जिन्हों कह दी, लंगर लगाया करते सन। ते उस तो बाद दे विच जो तीसरा युग आया उसनों द्वापर का नाम दिता गया। द्वापर दे विच पूजा करनी, प्रेयर करनी, वर्शिप करनी, यही एक रब नूं मिलण दे रस्ते दिखाए गए सन। सतयुग सत तेता जगी, द्वापर पूजा चार, तीनों युग तीनों दिड़े कल केवल नाम आधार। इन्हां तिन्नां ही युगां तो बाद दे विच द एज वी आर लिविंग इन, जिस टाइम दे विच, जिस एरे दे विच, जिस दौर दे विच असीं रह रहे हाँ, उस दी गल गुरु जी कह रहे हैं कि तीनों युग चले गए। जो आयन एज है, चौथा युग है जिसनों कल युग कहा जाता है, इस दे विच कहते कि परमात्मा दा नाम ले लेना, उसनों याद रखना हर वेले ही काफ़ी है। क्योंकि 21st सेंचुरी दे विच असीं अपनी जिंदगी नूं काफ़ी बिजी बना रहा है। इस दे विच अपन पता है लोग किन्ना सच बोलते हैं तो किन्नी पूजा करते हैं, किन्नी प्रेयर असी करते हैं। हर एक आदमी को अपने आप के बारे में पता होंदा है। पर गुरु जी ने कहा सी कि अगर तुसी किसी भी काम करते हैं, उठते हैं, बैठते हैं, परम आत्मा लॉर्ड गॉड अल्लाह वाहिगुरु का नाम याद रखते हैं तो यही तुहाडी पूजा है, यही तुहाडी प्रेयर है। हर एक शब्द दे विच उन्होंने यही लिखा, नाम तेरो आरती मजन मुरारे, हर के नाम बिन झूठे सगल पसारे। उन्होंने आरती दे विच इस तरह ही लिखा कि नेम ऑफ द लॉर्ड गॉड दा नेम ही मेरे लिए एक प्रेयर है। उही जिथे जगह दे विच मैं बैठा हाँ, प्रेयर करता हाँ, जिस काम दे विच मैं लगा होया हाँ, उही जगह उही पूजा पाठ करदा ढंग मेरे लिए एक उही रास्ता है जो मैनू परमात्मा वाल लैके जाता हाँ। लोग चंदन रगड़ते आ, धूफ लाते हैं, बत्ती लाते आ, दुध लियाते आ, पूजा करते आ, फुल चढ़ाते आ, या फिर वो चंदन दे धूफ करते हैं। पर गुरु जी ने कहा सी कि दुध लियाउण दा कोई फायदा नहीं, फुल जां जिन्होंने आप फ्लावर्स लेने, इन्हों तो मक्खियां ने, भौरिया ने पहला ही जूठा किया होंदा है। तो जल पानी की गल कर ली जाए, उन्होंने मच्छियां किस तरह रहिंदियां हन। पर गुरु जी ने कहा सी कि अपने अगर तनो मनो परमात्मा नू लॉर्ड नू याद कर लईए, इन्ना ही काफ़ी है। गुरु रविदास जी जो शब्द है, सतयुग सत तेता जगी, द्वापर पूजा चार, तीनों युग तीनों दिड़े कल केवल नाम आधार। गुरु जी जिस तरह असी कन्फ्यूज होंदे रहने हाँ, जो भी असी सोचते हाँ, सानू पता नहीं लगता कि असी की करिए, असी किहड़े रूट ते जाके किस तरीके नाल प्रेयर करिए। असी लंगर लाइए जां फिर असी पूजा करिए, पाठ करिए, धूफ करिए, जां फिर असी कोई होर तरीके दे नाल प्रेयर करिए। सानू समझ नहीं लग रही। पार कैसे पाए बोरे, मोसो को न कहे समझाए। गुरु जी ने अपने ही शब्दों के विच लिखा हुआ है कि नोबडी एक्सप्लेन्स मी, किसी ने यह रास्ता नहीं दिखा कि हाउ कैन आई स्विम अक्रॉस,
ਕਿ ਮੈਂ ਪਾਰ ਕਿਸ ਤਰ੍ਹਾਂ ਪਾ ਜਾ ਸਕਦਾ ਹਾਂ। ਜਿਸ ਤਰ੍ਹਾਂ ਸਾਡੀ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਸਾਡੀ ਦੌੜ ਲੱਗੀ ਰਹਿੰਦੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਬਚਪਨ ਤੋਂ ਲੈ ਕੇ ਓਲਡ ਏਜ ਤੱਕ ਅਸੀਂ ਚੱਲਦੇ ਹੀ ਰਹਿੰਦੇ ਹਾਂ, ਦੌੜੇ ਹੀ ਰਹਿੰਦੇ ਹਾਂ, ਕਨਫਿਊਜ਼ ਹੋ ਰਹਿੰਦੇ ਹਾਂ, ਦੁਬਿਧਾ ਦੇ ਵਿੱਚ, ਡਿਊਲਿਟੀ ਦੇ ਵਿੱਚ, ਹਨੇਰਿਆਂ ਦੇ ਵਿੱਚ ਪੈ ਕੇ ਅਸੀਂ ਘੁੰਮਦੇ ਰਹਿੰਦੇ ਹਾਂ। ਪਤਾ ਨਹੀਂ ਲੱਗਦਾ ਕਿ ਜ਼ਿੰਦਗੀ ਕਿੱਥੇ ਨਿਕਲ ਗਈ, ਕਦੋਂ ਨਿਕਲ ਗਈ। ਉਹੀ ਗੱਲ ਗੁਰੂ ਜੀ ਲਿਖ ਰਹੇ ਹਨ ਔਰ ਸਾਡੇ ਬਿਹਾਫ ਤੇ ਗੁਰੂ ਜੀ ਸਾਨੂੰ ਸਮਝਾਉਣ ਦੀ ਖਾਤਰ ਇਹ ਲਿਖ ਰਹੇ ਹਨ ਕਿ ਪਾਰ ਕੈਸੇ ਪਾਇਬੋ ਰੇ, ਹਾਊ ਕੈਨ ਆਈ ਸਵਿਮ ਅਕ੍ਰੋਸ, ਨੋਬਡੀ ਐਕਸਪਲੇਨਸ ਮੀ। ਕਿਸੇ ਨੇ ਅੱਜ ਤੱਕ ਇਹ ਦੱਸਿਆ ਹੀ ਨਹੀਂ। ਜੱਗ ਵੀ ਕੀਤੇ, ਸੱਚ ਵੀ ਬੋਲੇ, ਲੰਗਰ ਵੀ ਕੀਤੇ, ਧੂਪ ਵੀ ਲਾਏ, ਪੂਜਾ ਵੀ ਕੀਤੀ, ਫੁੱਲ ਵੀ ਚੜਾਏ, ਦੁੱਧ ਵੀ ਲਿਆਂਦੇ, ਪਰ ਫਿਰ ਵੀ ਜੋ ਇੱਕ ਰਿਐਲਿਟੀ ਸੀ, ਜੋ ਇੱਕ ਸੱਚਾਈ ਸੀ, ਉਸ ਦੇ ਵਿੱਚੋਂ ਮੈਨੂੰ ਕੁਝ ਮਿਲਿਆ ਨਹੀਂ। ਕਿਉਂਕਿ ਗੁਰੂ ਜੀ ਕਹਿੰਦੇ ਕਿ ਇਹਨਾਂ ਸਾਰੀ ਚੀਜ਼ਾਂ ਦੇ, ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ, ਸਾਰੇ ਧਰਮ ਹਨ, ਜਿੰਨੇ ਵੀ ਧਰਮ ਹਨ, ਹਰ ਇੱਕ ਧਰਮ ਦੇ ਆਪੋ ਆਪਣੇ ਯਕੀਨ, ਆਪੋ ਆਪਣੇ ਬਿਲੀਵਸ, ਆਪੋ ਆਪਣੇ ਰੂਲਸ, ਆਪੋ ਆਪਣੇ ਪ੍ਰਿੰਸੀਪਲ ਹੁੰਦੇ ਹਨ। ਕਿ ਹਰ ਇੱਕ ਧਰਮ ਦਾ ਇਹ ਯਕੀਨ ਹੈ, ਇਹ ਬਿਲੀਵ ਹੈ ਕਿ ਆਦਮੀ ਜੰਮਦਾ ਹੈ, ਆਦਮੀ ਮਰਦਾ ਹੈ, ਉਹ ਰੀਕਰਨੇਸ਼ਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ। ਉਹੀ ਗੱਲ ਗੁਰੂ ਜੀ ਕਹਿ ਰਹੇ ਹਨ ਕਿ ਸਤਜੁਗ ਸਤ ਤੇ ਤਾ ਜਗੀ, ਦੁਆਪਰ ਪੂਜਾ ਚਾਰ, तीनों युग तीनों दिड़े, कल केवल नाम आधार। चारे ही युगां दे विच सच बोलण दी गल कीती गई, पूजा दी गल कीती गई, प्रेयर दी गल कीती गई, यज्ञ करना, लंगर लाने, वर्शिप करनी ते रब दा नाम लैना। इन यही इस चीज़ नूं एक अपनी जिंदगी दी सपोर्ट समझ के, अपनी जिंदगी ਨੂੰ ਇੱਕ ਪਿੱਲਰ, ਜ਼ਿੰਦਗੀ ਦਾ ਪਿੱਲਰ ਸਮਝ ਕੇ ਅਸੀਂ ਇਹ ਸਾਰੇ ਕੰਮ ਕਰਦੇ ਹਾਂ। ਪਰ ਗੁਰੂ ਜੀ ਇਹ ਕਹਿੰਦੇ ਕਿ ਮੈਨੂੰ ਕਿਸੇ ਨੇ ਇਹ ਸਮਝਾਇਆ ਹੀ ਨਹੀਂ ਕਿ ਮੈਂ ਆਉਣ ਜਾਣ ਦੇ ਚੱਕਰ ਦੇ ਵਿੱਚੋਂ ਕਿੱਦਾਂ ਨਿਕਲਣਾ ਹੈ। ਪਾਰ ਕੈਸੇ ਪਾਇਬੋ ਰੇ, ਮੋਸਿਓ ਕੋ ਨ ਕਹੇ ਸਮਝਾਏ, ਜਾਤੇ ਆਵਾ ਗਬਨ ਬੁਲਾਏ, ਬਹੁਬਿਦ ਧਰਮ ਨ ਰੂਪੀਏ, ਕਰਤਾ ਦਿਸੇ ਸਭ ਲੋਏ, ਕਵਨ ਕਰਮ ਤੇ ਛੂਟੀਏ, ਜਾਂ ਸਾਧੇ ਸਭ ਸਿੱਧ ਹੋਏ। ਕਿਹੜਾ ਐਕਸ਼ਨ ਮੈਂ ਕਰਾਂ, ਕਿਹੜਾ ਕੰਮ ਮੈਂ ਕਰਾਂ ਕਿ ਮੈਨੂੰ ਟੋਟਲ ਪਰਫੈਕਸ਼ਨ ਮਿਲ ਜਾਵੇ, ਮੈਨੂੰ ਮੁਕਤੀ ਮਿਲ ਜਾਵੇ, ਮੈਨੂੰ ਆਜ਼ਾਦੀ ਮਿਲ ਜਾਵੇ, ਮੈਨੂੰ ਲਿਬਰਟੀ ਮਿਲ ਜਾਵੇ, ਮੇਰੀ ਜ਼ਿੰਦਗੀ ਦੇ ਸਾਰੇ ਦੁੱਖ, ਸਾਰੇ ਲੜਾਈਆਂ ਝਗੜੇ ਖਤਮ ਹੋ ਜਾਣ। ਮੁਕਤੀ, ਜਿਸ ਨੂੰ ਆਪਾਂ ਸੰਸਕ੍ਰਿਤ ਦੇ ਵਿੱਚ ਮੁਕਸ ਵੀ ਕਹਿੰਦੇ ਹਾਂ, ਕਿ ਮੁਕਤੀ ਪਾਉਣੀ, ਸਾਰੇ ਕੰਮਾਂ ਤੋਂ ਵਿਹਲੇ ਹੋ ਕੇ ਇੱਕ ਪੀਸਫੁਲ ਲਾਈਫ ਰਹਿਣੀ, ਉਸ ਅਵਸਥਾ ਦੀ, ਉਸ ਸਟੇਟ ਦੀ ਗੁਰੂ ਜੀ ਗੱਲ ਕਰਦੇ ਹਨ। ਕਿ ਕਿੰਨੇ ਧਰਮ ਹਨ, ਦੇਰ ਸੋ ਮੈਨੀ ਫੋਰਮਸ ਆਫ ਰਿਲੀਜਨ, ਆਪੋ ਆਪਣੇ ਤਰੀਕਿਆਂ ਦੇ ਨਾਲ ਡਿਸਕ੍ਰਾਈਬ ਕਰਦੇ ਹਨ, ਆਪੋ ਆਪਣੇ ਤਰੀਕਿਆਂ ਨਾਲ ਪ੍ਰੇਅਰ ਦੀ ਪ੍ਰੈਕਟਿਸ ਕਰਦੇ ਹਨ। ਬਹੁਬਿਦ ਧਰਮ ਨਰੂਪੀਏ, ਕਰਤਾ ਦਿਸੇ ਸਭ ਲੋਏ, ਸਾਰੇ ਆਪੋ ਆਪਣੇ ਤਰੀਕਿਆਂ ਦੇ ਨਾਲ ਪ੍ਰੈਕਟਿਸ ਕਰਦੇ ਹਨ, ਪ੍ਰੇਅਰ ਕਰਦੇ ਹਨ। ਕਵਨ ਕਰਮ ਤੇ ਛੂਟੀਏ, ਜਾਂ ਸਾਧੇ ਸਭ ਸਿੱਧ ਹੋਏ, ਕਿ ਮੈਨੂੰ ਮੁਕਤੀ ਕਿੱਦਾਂ ਮਿਲ ਸਕਦੀ ਹੈ। ਮੈਂ ਇਹਨਾਂ ਸਾਰੇ ਕੰਮਾਂ ਤੋਂ ਵਿਹਲਾ ਹੋ ਕੇ ਆਪਣੀ ਆਤਮਾ, ਆਪਣੀ ਸੋਲ ਨੂੰ ਚੰਗੇ ਪਾਸੇ ਵੱਲ ਕਿੱਦਾਂ ਲਾ ਸਕਦਾ ਹਾਂ। ਉਸ ਪਰਮ ਆਤਮਾ ਸੋਲ ਦੇ ਨਾਲ, ਰੱਬ ਦੇ ਨਾਲ, ਗੋਡ ਦੇ ਨਾਲ, ਅੱਲਾ ਦੇ ਨਾਲ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਜੋੜ ਸਕਦਾ ਹਾਂ। ਗੁਰੂ ਜੀ ਦੇ ਸ਼ਬਦ ਜਿਹਨੂੰ ਜਿੰਨਾ ਵੀ ਅਸੀਂ ਬਾਰ-ਬਾਰ ਪੜ੍ਹਦੇ ਹਾਂ, ਉਹਨਾਂ ਦੇ ਵਿੱਚੋਂ ਸਾਨੂੰ ਬਹੁਤ ਹੀ ਨੌਲੇਜ, ਬਹੁਤ ਹੀ ਗਿਆਨ ਮਿਲਦਾ ਹੈ। ਇਸ ਗਿਆਨ ਲੈਣ ਦੀ ਖਾਤਰ ਹੀ ਅਸੀਂ ਇਸ ਪ੍ਰੋਗਰਾਮ, ਸਾਂਝੀ ਬਾਲਤਾ ਦੇ ਪ੍ਰੋਗਰਾਮ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਦੀ ਲਾਈਫ, ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਦੇ ਵਿੱਚੋਂ, ਉਹਨਾਂ ਦੀ ਰਾਈਟਿੰਗ ਦੇ ਵਿੱਚੋਂ, ਉਹਨਾਂ ਦੀ ਹਿੰਸ ਦੇ ਵਿੱਚੋਂ, ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਕੋਈ ਨਾ ਕੋਈ ਸ਼ਬਦ ਲੈ ਕੇ ਆਪ ਜੀ ਨਾਲ ਸ਼ੇਅਰ ਕਰਿਆ ਕਰਦੇ ਹਾਂ। ਕਿ ਉਸ ਟਾਈਮ ਦੇ ਵਿੱਚ, ਅੱਜ ਤੋਂ 600 ਸਾਲ ਪਹਿਲਾਂ ਜਾਂ 650 ਸਾਲ ਪਹਿਲਾਂ, ਗੁਰੂ ਜੀ ਨੇ ਕਿੰਨਾ ਸਟਰਗਲ ਕੀਤਾ ਹੋਊਗਾ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਾਉਣ ਦੇ ਲਈ। ਪਰ ਇਹ ਚੀਜ਼ਾਂ ਸਾਨੂੰ ਹਾਲੇ ਤੱਕ ਵੀ ਸਮਝ ਨਹੀਂ ਆ ਰਹੀਆਂ ਕਿ ਕੀ ਕਹਿ ਰਹੇ ਹਨ ਗੁਰੂ ਜੀ। ਕਹਿੰਦੇ ਨੇ ਕਿ ਉਸ ਵੇਲੇ ਦੇ ਜੋ ਕਿੰਗ ਸੀ, ਰਾਜੇ ਸੀ, ਜਾਂ ਰਾਇਲ ਫੈਮਿਲੀ ਸਨ, ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਿਆ। ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਹੀ ਸਤਿਗੁਰੂ ਰਵਿਦਾਸ ਜੀ ਨੂੰ ਗੁਰੂ ਦਾ ਖਿਤਾਬ ਦਿੱਤਾ। ਭਾਵੇਂ ਤੁਗਲਕਾਬਾਗ ਦੀ ਗੱਲ ਕਰ ਲਈ ਜਾਵੇ,
ਭਾਵੇਂ ਕਿਸੇ ਹੋਰ ਮਹਿਲ ਦੀ ਜਾਂ ਕਿਸੇ ਇੱਕ ਇਹੋ ਜਿਹੇ ਪੈਲੇਸ ਦੀ ਗੱਲ ਕਰ ਲਈ ਜਾਵੇ ਜਿਨ੍ਹਾਂ ਦੇ ਵਿੱਚ ਜਾ ਕੇ ਸਤਿਗੁਰੂ ਰਵਿਦਾਸ ਜੀ ਨੇ ਇਹੋ ਜਿਹੀਆਂ ਗੱਲਾਂ ਉੱਥੋਂ ਦੀ ਪਬਲਿਕ ਨੂੰ, ਉੱਥੋਂ ਦੀ ਕੋਰਟ ਨੂੰ, ਉੱਥੋਂ ਦੀ ਕਿੰਗਡਮ ਨੂੰ, ਉੱਥੋਂ ਦੇ ਰਾਜਿਆਂ ਨੂੰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੀ ਜ਼ਿੰਦਗੀ ਨੂੰ ਦੁਬਿਧਾ ਦੇ ਵਿੱਚੋਂ, ਡਿਊਲਿਟੀ ਦੇ ਵਿੱਚੋਂ, ਹਨੇਰੇ ਦੇ ਵਿੱਚੋਂ ਕਿੱਦਾਂ ਕੱਢਣਾ ਹੈ। ਗੁਰੂ ਜੀ ਸਾਰੀਆਂ ਗੱਲਾਂ ਵਿਦ ਐਵੀਡੈਂਸ ਦੱਸਦੇ ਹਨ। ਉਹਨਾਂ ਨੇ ਕਿਹਾ ਕਿ ਬਹੁ ਬਿਦ ਧਰਮਨ ਰੂਪੀਏ ਕਰਤਾ ਦਿਸੇ ਸਭ ਲੋਏ ਕਬਨ ਕਰਮ ਤੇ ਛੂਟੀਏ ਜਾਂ ਸਾਦੇ ਸਭ ਸਿੱਧ ਹੋਏ। ਸਾਰਾ ਕੁਝ ਸਿੱਧ ਹੋ ਜਾਣਾ, ਸਾਰਾ ਕੁਝ, ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਣੀਆਂ। ਜਿਸ ਤਰ੍ਹਾਂ ਕਹਿੰਦੇ ਨੇ ਕਿ ਇੱਕ ਕਾਪਰ ਨੂੰ ਜਾਂ ਮੈਟਲ ਕਿਸੇ ਨੂੰ ਵੀ, ਆਇਰਨ ਨੂੰ ਜਿਹਨੂੰ ਕਿਸੇ ਵੀ ਫਿਲਾਸਫਰ ਸਟੋਨ ਦੇ ਨਾਲ ਲਾਤਾ ਜਾਂਦਾ ਹੈ, ਉਹ ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਆਪਣੀ ਸੋਲ ਦੀ, ਆਪਣੀ ਆਤਮਾ ਦੀ, ਆਪਣੀ ਲਾਈਫ ਨੂੰ ਕਿਸੇ ਚੰਗੇ ਪਾਸੇ ਵੱਲ ਲੈ ਕੇ ਜਾਣਾ, ਆਪਣੀ ਜ਼ਿੰਦਗੀ ਨੂੰ ਕਿਸੇ ਚੰਗੇ ਪਾਸੇ ਵੱਲ ਲੈ ਕੇ ਜਾਣ ਦੀ ਗੁਰੂ ਜੀ ਗੱਲ ਕਰਦੇ ਨੇ। ਗੁਰੂ ਜੀ ਕਹਿ ਰਹੇ ਨੇ ਕਿ ਜਿਉਂ-ਜਿਉਂ ਮੈਂ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਉਹ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਡਾਊਟਸ, ਹਨੇਰੇ ਜ਼ਿਆਦਾ ਹੋ ਰਹੇ ਨੇ। ਇਹਨਾਂ ਵਿੱਚੋਂ ਬਾਹਰ ਨਿਕਲਣ ਦੀ ਬਜਾਏ ਡਿਊਲਿਟੀ ਦੇ ਵਿੱਚ, ਦੁਬਿਧਾ ਦੇ ਵਿੱਚ ਮੈਂ ਹੋਰ ਫਸਦਾ ਜਾ ਰਿਹਾ, ਕਿਉਂਕਿ ਰਿਚੁਅਲ, ਰੀਤ ਰਿਵਾਜਾਂ ਦੇ ਵਿੱਚ ਹੀ ਫਸ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਡਾਰਕਨੈਸ ਦੇ ਵਿੱਚ ਲਿਜਾਂਦੇ ਰਹੇ ਹਾਂ। ਗੁਰੂ ਜੀ ਦੇ ਸ਼ਬਦ ਕਿਨੇ ਕਿ ਕਰਮ ਅਕਰਮ ਵਿਚਾਰੀਏ ਸੰਕਾ ਸੁਨ ਵੇਦ ਪੁਰਾਨ ਸੰਸਾ ਸਦ ਹਿਰਦੇ ਬਸੇ ਕੌਣ ਹਿਰੇ ਅਭਮਾਨ। ਡਾਊਟ, ਡਿਊਲਿਟੀ, ਦੁਬਿਧਾ, ਹਨੇਰਾ, ਇਸ ਦੇ ਵਿੱਚ ਹੀ ਫਸ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਿੱਚ ਹੋਰ ਇਗੋਟਿਜ਼ਮ ਦੇ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਹੋਰ ਕਨਫਿਊਜ਼ ਕਰਦੇ ਰਹਿੰਦੇ ਹਾਂ। ਕਵਨ, ਕਿਹੜਾ ਕਰਮ ਹੋਵੇ, ਕਿਹੜੀ ਤਰ੍ਹਾਂ ਦੀ ਪ੍ਰੇਅਰ ਹੋਵੇ ਕਿ ਮੈਨੂੰ ਟੋਟਲ ਪਰਫੈਕਸ਼ਨ ਮਿਲ ਜਾਵੇ, ਮੈਨੂੰ ਟੋਟਲ ਮੁਕਤੀ ਮਿਲ ਜਾਵੇ, ਕਿ ਜਿਸ ਚੀਜ਼ ਲਿਬਰਟੀ ਨੂੰ ਅਸੀਂ ਲੱਭਦੇ ਹਾਂ ਕਿ ਉਹ ਮੈਨੂੰ ਉਹੋ ਜਿਹੀ ਲਿਬਰਟੀ, ਉਹੋ ਜਿਹੀ ਆਜ਼ਾਦੀ, ਉਹੋ ਜਿਹੀ ਮੁਕਤੀ, ਜਾਂ ਜਿਸ ਨੂੰ ਇਹ ਫਰੀਡਮ ਮਿਲ ਜਾਵੇ, ਮੋਕਸ਼ ਜਿਸ ਨੂੰ ਕਿਹਾ ਜਾਂਦਾ ਹੈ, ਉਹ ਮਿਲ ਜਾਵੇ। ਤੇ ਗੁਰੂ ਜੀ ਕਹਿ ਰਹੇ ਨੇ ਕਿ ਇਹੋ ਜਿਹੇ ਮੈਨੂੰ ਕੋਈ ਵੀ ਰਸਤਾ ਮਿਲਿਆ ਨਹੀਂ, ਸਿਰਫ ਤੇ ਸਿਰਫ ਮੈਂ ਰਿਚੁਅਲ, ਰੀਤ ਰਿਵਾਜਾਂ ਵਿੱਚ ਪੈ ਕੇ ਹੀ ਆਪਣੇ ਆਪ ਨੂੰ ਹੋਰ ਤੇ ਹੋਰ ਕਨਫਿਊਜ਼ ਕਰਦਾ ਗਿਆ। ਬਾਹਰੋਂ ਤੇ ਮੈਨੂੰ ਦੇਖਣ ਨੂੰ ਲੱਗਦਾ ਹੈ ਕਿ ਮੈਂ ਪ੍ਰੇਅਰ ਕਰ ਲਈ ਹੈ, ਅਰਦਾਸ ਕਰ ਲਈ ਹੈ, ਲੰਗਰ ਲਾ ਲਏ ਹਨ, ਪਰ ਜੋ ਅੰਦਰ ਦੇ ਵਿੱਚ ਜੋ ਦੁਬਿਧਾ ਹੈ ਉਸ ਦਾ ਕੋਈ ਇਲਾਜ ਮੈਨੂੰ ਮਿਲਦਾ ਹੀ ਨਹੀਂ। ਗੁਰੂ ਜੀ ਆਪਣੇ ਆਪ ਨੂੰ ਇੱਕ ਐਗਜ਼ਾਮਪਲ ਦੇ ਰਹੇ ਹਨ ਕਿ ਪਾਣੀ ਲੈ ਕੇ ਤੇ ਅਸੀਂ ਆਪਣੇ ਹੱਥ ਧੋ ਲੈਂਦੇ ਹਾਂ, ਪਰ ਜੋ ਸਾਡਾ ਇੰਟਰਨਲੀ ਹਾਰਟ ਹੈ, ਸੋਲ ਹੈ, ਉਹ ਤੇ ਫਿਰ ਵੀ ਸਾਡੇ ਪੈਸ਼ਨਸ ਦੇ ਵਿੱਚ, ਸਾਡੇ ਵੌਇਸਿਸ ਦੇ ਵਿੱਚ ਪਿਆ ਹੀ ਰਹਿ ਜਾਂਦਾ ਹੈ। ਦਿਖਾਵੇ ਦੇ ਤੌਰ ਤੇ ਅਸੀਂ ਪ੍ਰੇਅਰ, ਪੂਜਾ ਪਾਠ ਕਰਦੇ ਰਹਿੰਦੇ ਹਾਂ, ਮੰਦਰ ਦੇ ਵਿੱਚ ਜਾ ਕੇ ਪੂਜਾ ਕਰਦੇ ਹਾਂ, ਪਾਠ ਕਰਦੇ ਹਾਂ, ਪ੍ਰੇਅਰ ਕਰਦੇ ਹਾਂ, ਧੂਫ ਲਾਉਂਦੇ ਹਾਂ, ਬੱਤੀ ਲਾਉਂਦੇ ਹਾਂ, ਹਵਨ ਕਰਦੇ ਹਾਂ, ਕਈ ਘੰਟਿਆਂ, ਕਈ ਦਿਨ, ਕਈ ਰਾਤ ਕੰਟੀਨਿਊਸਲੀ ਅਸੀਂ ਪ੍ਰੇਅਰ ਕਰਦੇ ਰਹਿੰਦੇ ਹਾਂ, ਰਿਚੁਅਲ, ਰੀਤ ਰਿਵਾਜਾਂ ਦੇ ਵਿੱਚ ਪੈ ਕੇ। ਪਰ ਉਸ ਦੇ ਵਿੱਚੋਂ ਦੇਖਣ ਨੂੰ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਪ੍ਰੇਅਰ ਕਰ ਲਈ ਹੈ, ਅਸੀਂ ਪੂਜਾ ਪਾਠ ਕਰ ਲਈ, ਅਸੀਂ ਜਗ ਕਰ ਲਿਆ ਹੈ, ਅਸੀਂ ਸਤਸੰਗ ਕਰ ਲਿਆ ਹੈ, ਪਰ ਉਸ ਦੇ ਵਿੱਚੋਂ ਸਾਨੂੰ ਮਿਲਿਆ ਕੀ? ਗੁਰੂ ਜੀ ਉਸ ਦੀ ਗੱਲ ਕਰ ਰਹੇ ਹਨ ਕਿ ਆਪਣੇ ਮਨ ਨੂੰ ਉਸ ਪਾਸੇ ਨਾਲ ਜੋੜਨਾ, ਮਨ ਜੀਤੇ ਜਗ ਜੀਤ, ਕਿ ਅਸੀਂ ਆਪਣੇ ਮਨ ਨੂੰ, ਆਪਣੇ ਮਾਈਂਡ ਤੇ ਕਿੱਦਾਂ ਕੰਟਰੋਲ ਕਰਨਾ। ਗੁਰੂ ਜੀ ਉਸ ਦੀ ਗੱਲ ਕਰ ਰਹੇ ਹਨ ਕਿ ਜਿੱਦਾਂ ਜਿੱਦਾਂ ਮੈਂ ਵੇਦ ਪੜ੍ਹਦਾ ਗਿਆ, ਉਹਨਾਂ ਨੇ ਮੈਨੂੰ ਹੋਰ ਕਨਫਿਊਜ਼ ਕਰ ਦਿੱਤਾ ਹੈ। ਜਦੋਂ ਅਸੀਂ ਪੜ੍ਹਦੇ ਗਏ, ਉਹਨਾਂ ਨੇ ਮੈਨੂੰ ਹੋਰ ਕਨਫਿਊਜ਼ ਕੀਤਾ, ਪਰ ਉਹਨਾਂ ਵਿੱਚੋਂ ਜੋ ਅਸਲੀ ਰਸਤਾ ਲੱਭਣਾ ਸੀ, ਉਹ ਰਸਤਾ ਤੇ ਮੈਨੂੰ ਮਿਲਿਆ ਹੀ ਨਹੀਂ। ਗੁਰੂ ਜੀ ਆਪ ਆਪਣੇ ਸ਼ਬਦਾਂ ਵਿੱਚ ਲਿਖਦੇ ਹਨ ਕਿ ਸੁਧ ਕਬਨ ਪਰ ਹੋਏ ਵੋ, ਕਹਿੰਦੇ ਕਿ ਜਿਸ ਤਰ੍ਹਾਂ ਇੱਕ ਐਲੀਫੈਂਟ ਹੁੰਦਾ ਆ, ਕਿ ਐਲੀਫੈਂਟ ਹਾਥੀ ਹੁੰਦਾ ਹੈ, ਉਹ ਉਸ ਨੂੰ ਨਲਾ ਦਿੱਤਾ ਜਾਂਦਾ ਹੈ, ਬਾਤ ਦਿੰਦੇ ਹੈ ਜਿਸ ਦਾ ਓਨਰ ਹੁੰਦਾ ਹੈ, ਪਰ ਉਸ ਤੋਂ ਬਾਅਦ ਵਿੱਚ ਸੁਣਨ ਦੇ ਵਿੱਚ ਆਉਂਦਾ ਹੈ ਕਿ ਹਾਥੀ ਨਹਾਉਣ ਤੋਂ ਬਾਅਦ ਦੇ ਵਿੱਚ ਐਲੀਫੈਂਟ ਨੂੰ ਜੋ ਵਾਸ਼ ਕਰਦੇ ਆ, ਕਿ ਉਹ ਮਿੱਟੀ ਦੇ ਵਿੱਚ ਜਾ ਕੇ ਹੀ ਦੁਬਾਰਾ ਉਹ ਮਿੱਟੀ ਦੇ ਵਿੱਚ ਹੀ ਲਿਟਣ ਲਾਉਣਾ ਸ਼ੁਰੂ ਕਰ ਦਿੰਦਾ ਹੈ।
ਇਸ ਕਰਕੇ ਉਹਦੀ ਜੋ ਸਕਿਨ ਹੁੰਦੀ ਹੈ ਉਹ ਬੜੀ ਹਾਰਡ ਹੁੰਦੀ ਹੈ। ਤੇ ਉਹੀ ਸਾਡੇ ਮਨ ਦੀ ਮਾਈਂਡ ਦੀ ਗੱਲ ਕੀਤੀ ਹੈ ਕਿ ਜਿੰਨੀ ਕੁ ਦੇਰ ਤੱਕ ਅਸੀਂ ਪ੍ਰੇਅਰ ਕਰਦੇ ਹਾਂ, ਪੂਜਾ ਕਰਦੇ ਹਾਂ, ਪਾਠ ਕਰਦੇ ਹਾਂ, ਉਨੀ ਕੁ ਦੇਰ ਤੱਕ ਅਸੀਂ ਆਪਣੇ ਆਪ ਨੂੰ ਸੈਟਿਸਫਾਈ ਸਮਝਦੇ ਹਾਂ, ਆਪਣੇ ਮਨ 'ਤੇ ਕੰਟਰੋਲ ਸਮਝਦੇ ਹਾਂ। ਪਰ ਜਦੋਂ ਅਸੀਂ ਉਸ ਪ੍ਰੇਅਰ ਤੋਂ ਬਾਅਦ ਦੇ ਵਿੱਚ ਮੰਦਰ, ਮਸਜਿਦ, ਗੁਰਦੁਆਰੇ ਤੋਂ ਬਾਅਦ ਦੇ ਵਿੱਚ ਅਸੀਂ ਆ ਜਾਂਦੇ ਹਾਂ, ਫਿਰ ਅਸੀਂ ਉਹੀ ਰਿਪੀਟਡਲੀ ਸੇਮ ਰੂਟੀਨ ਦੇ ਵਿੱਚ ਪੈ ਕੇ ਹੀ ਆਪਣੀ ਜ਼ਿੰਦਗੀ ਨੂੰ ਹੋਰ ਪੋਲਿਊਟ ਕਰਦੇ ਜਾਂਦੇ ਹਾਂ। ਗੁਰੂ ਜੀ ਦੇ ਸ਼ਬਦ ਹਨ ਕਿ ਗੁਰੂ ਜੀ ਕਹਿ ਰਹੇ ਹਨ ਕਿ ਮੈਨੂੰ ਅੱਜ ਤੱਕ ਕਿਸੇ ਨੇ ਇਹ ਸਮਝਾਇਆ ਹੀ ਨਹੀਂ ਕਿ ਮੁਕਤੀ ਕਿੱਦਾਂ ਮਿਲਣੀ ਹੈ, ਸਲਵੇਸ਼ਨ ਕਿੱਦਾਂ ਮਿਲਣੀ ਹੈ, ਫਰੀडम ਕਿੱਦਾਂ ਮਿਲਣੀ ਹੈ, ਆਪਣੇ ਮਾਈਂਡ ਨੂੰ ਕਿਸ ਤਰ੍ਹਾਂ ਕੰਟਰੋਲ ਕਰਕੇ ਉਸ ਆਪਣੀ ਆਤਮਾ ਨੂੰ ਪਰਮ ਆਤਮਾ ਦੇ ਨਾਲ ਜੋੜਨਾ ਹੈ। ਗੁਰੂ ਜੀ ਦਾ ਸ਼ਬਦ, ਸਤਜੁਗ ਸਤ ਤੇ ਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों धिड़े, कल केवल नाम आधार। इन दिस ईरा ਜਿਹੜਾ ਯੁੱਗ ਹੈ ਅੱਜ ਦਾ, ਉਸ ਦੇ ਵਿੱਚ ਗੁਰੂ ਕਹਿੰਦਾ ਕਿ ਰਿਪੀਟਡਲੀ ਰਿਮੈਂਬਰ ਦ ਨੇਮ ਆਫ ਲੋਰਡ, ਰੱਬ ਨੂੰ ਯਾਦ ਰੱਖਣਾ, ਪ੍ਰੇਅਰ ਕਰਨੀ, ਪੂਜਾ ਕਰਨੀ। ਤੁਸੀਂ ਕਿਤੇ ਵੀ ਬੈਠੇ ਹੋ, ਕੰਮ ਤੇ ਜਾ ਰਹੇ ਹੋ, ਆਫਿਸ ਵਿੱਚ ਹੋ, ਜਾਂ ਕੋਈ ਕੰਮ ਕਰ ਰਹੇ ਹੋ, ਸ਼ੌਪ ਕਰ ਰਹੇ ਹੋ, ਦੁਕਾਨ ਚਲਾ ਰਹੇ ਹੋ, ਬੱਸ ਚਲਾ ਰਹੇ ਹੋ, ਡਰਾਈਵਰ ਹੋ, ਜਾਂ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਬਿਜ਼ੀ ਹੋ, ਰਿਮੈਂਬਰ ਦ ਨੇਮ ਆਫ ਦ ਲੋਰਡ। ਗੁਰੂ ਜੀ ਇਹ ਕਹਿ ਰਹੇ ਹਨ ਕਿ ਜਦੋਂ ਅਸੀਂ ਆਪਣੀ ਆਪ ਨੂੰ ਉਸ ਪਰਮ ਆਤਮਾ ਦੇ ਨਾਲ ਜੋੜਨ ਦੀ ਟਰਾਈ ਕਰਾਂਗੇ ਤੇ ਇੱਕ ਨਾ ਇੱਕ ਦਿਨ ਉਹ ਆਪਣੇ ਆਪ ਜੁੜ ਜਾਂਦਾ ਹੈ। ਜਿਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਕਿ ਇੱਕ ਜੋ ਸੂਰਜ ਹੈ, ਰਾਤ ਜਿੰਨੀ ਮਰਜ਼ੀ ਹਨੇਰੀ ਹੋਵੇ, ਰਿਗਾਰਡਲੈਸ ਕਿ ਰਾਤ ਨੂੰ ਮੂਨ ਹੈ, ਸਟਾਰਸ ਹਨ, ਚੰਦ ਹੈ, ਤਾਰੇ ਹੈ, ਪਰ ਉਸ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਸੂਰਜ ਆ ਜਾਂਦਾ ਹੈ, ਰਵੀ ਪ੍ਰਕਾਸ਼ ਹੋ ਜਾਂਦਾ ਹੈ, ਲਾਈਟ ਆ ਜਾਂਦੀ ਹੈ, ਚਾਨਣ ਆ ਜਾਂਦਾ ਹੈ, ਵਿਦ ਦ ਰਾਈਜ਼ਿੰਗ ਆਫ ਸਨ ਜਿਹੜੀ ਨਾਈਟ ਹੈ ਉਹ ਬਿਲਕੁਲ ਐਂਡ ਹੋ ਜਾਂਦੀ ਹੈ ਤੇ ਉਸ ਸਾਨੂੰ ਬ੍ਰਾਈਟ ਦਿਖਣਾ ਸ਼ੁਰੂ ਹੋ ਜਾਂਦਾ ਹੈ, ਡਾਰਕਨੈਸ ਦੂਰ ਹੋ ਜਾਂਦੀ ਹੈ ਤੇ ਸਾਰਾ ਵਰਲਡ ਐਲੀਮੀਨੇਟ ਹੋ ਜਾਂਦਾ ਹੈ। ਉਹੀ ਗੱਲ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਪਾਰ ਕੈਸੇ ਪਾਏ ਬੋਰੇ, ਮੋਸੋ ਕੋ ਨਾ ਕਹੇ ਸਮਝਾਏ, ਜਾਤੇ ਆਵਾ ਗਬਨ ਬੁਲਾਏ। ਕਿ ਆਉਣ ਜਾਣ ਦੇ ਚੱਕਰਾਂ ਦੇ ਵਿੱਚ ਹੀ ਅਸੀਂ ਫਸੇ ਰਹਿੰਦੇ ਹਾਂ ਕਿ ਇਹਨਾਂ ਦੇ ਵਿੱਚੋਂ ਕਿੱਦਾਂ ਮੈਂ ਬਾਹਰ ਨਿਕਲ ਸਕਦਾ ਹਾਂ। ਬੋਬਦ ਧਰਮ ਨਰੂਪੀਏ, ਕਰਤਾ ਦਿਸੇ ਸਭ ਲੋਏ। ਸਾਰੇ ਧਰਮ ਆਪੋ ਆਪਣੇ ਤਰੀਕਿਆਂ ਦੇ ਨਾਲ ਸਮਝਾ ਰਹੇ ਹਨ, ਪਰ ਸਾਰੇ ਧਰਮਾਂ ਦੀ ਡੈਫੀਨੇਸ਼ਨ ਵੱਖਰੀ ਹੋ ਜਾਂਦੀ ਹੈ। ਫਿਰ ਅਸੀਂ ਉੱਥੇ ਆ ਕੇ ਕਨਫਿਊਜ਼ ਹੋ ਜਾਂਦੇ ਹਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਉਹੀ ਗੁਰੂ ਜੀ ਲਿਖ ਰਹੇ ਨੇ, ਕਲੀਅਰ ਲਾਈਨਾਂ ਵਿੱਚ ਲਿਖ ਰਹੇ, ਕਬਨ ਕਰਮ ਤੇ ਛੂਟੀਏ, ਜਾਂ ਸਾਧੇ ਸਭ ਸਿੱਧ ਹੋਏ, ਕਰਮ ਅਕਰਮ ਵਿਚਾਰੀਏ, ਸੰਕਾ ਸੁਨ ਬੇਦ ਪ੍ਰਾਨ। ਇਹ ਬੇਦ ਪੜ੍ਹਨ ਦੇ ਨਾਲ ਜਾਂ ਫਿਰ ਕਤੇ ਪੜ੍ਹਨਾ, ਪਾਠ ਕਰਨ ਦੇ ਨਾਲ, ਪੂਜਾ ਕਰਨ ਦੇ ਨਾਲ, ਗੁਰੂ ਜੀ ਇਹ ਕਹਿੰਦੇ ਸਾਨੂੰ ਗੁੱਡ ਐਂਡ ਬੈਡ ਦੇ ਵਿੱਚ ਤਾਂ ਡਿਫਰੈਂਸ ਪਤਾ ਲੱਗ ਜਾਂਦਾ ਹੈ ਕਿ ਗੁੱਡ ਕੀ ਹੈ, ਚੰਗਾ ਕੀ ਹੈ, ਬੈਡ ਕੀ ਹੈ, ਪਰ ਉਹਨਾਂ ਤੋਂ ਮੁਕਤੀ ਕਿੱਦਾਂ ਪਾਉਣੀ, ਉਹਨਾਂ ਤੋਂ ਦੂਰ ਕਿੱਦਾਂ ਰਹਿਣਾ, ਉਸ ਦੀ ਸਮਝ ਤੇ ਸਾਨੂੰ ਆਉਂਦੀ ਨਹੀਂ। ਜਿੰਨੀ ਦੇਰ ਤੱਕ ਅਸੀਂ ਪ੍ਰੇਅਰ ਕਰਦੇ ਹਾਂ, ਪੂਜਾ ਕਰਦੇ ਹਾਂ, ਉਨੀ ਦੇਰ ਤੱਕ ਸਾਡਾ ਮਾਈਂਡ ਉੱਥੇ ਲੱਗਿਆ ਰਹਿੰਦਾ ਹੈ। ਉਸ ਤੋਂ ਬਾਅਦ ਵਿੱਚ ਮੁੜ ਕੇ ਅਸੀਂ ਉਸੇ ਹੀ ਚੱਕਰਾਂ ਦੇ ਵਿੱਚ, ਬਿਜ਼ਨਸ ਵਪਾਰ ਦੇ ਵਿੱਚ, ਜਾਂ ਫਿਰ ਜਿਸ ਤਰ੍ਹਾਂ ਗੁਰੂ ਜੀ ਨੇ ਐਗਜ਼ਾਮਪਲ ਬੜੀ ਦਿੱਤੀ ਹੈ, ਬਹੁਤ ਸੋਹਣੀ ਦਿੱਤੀ ਹੈ ਕਿ ਐਲੀਫੈਂਟ ਦਾ ਜੋ ਓਨਰ ਹੁੰਦਾ ਹੈ, ਬੜੀ ਮਿਹਨਤ ਕਰਕੇ ਉਸ ਨੂੰ ਸ਼ਾਵਰ ਕਰਦਾ ਹੈ, ਉਸ ਨੂੰ ਬਾਥ ਕਰਦਾ ਹੈ, ਉਸ ਨੂੰ ਧੋਂਦਾ ਹੈ, ਤੇ ਪਰ ਜਦੋਂ ਐਲੀਫੈਂਟ ਨੂੰ ਦੁਬਾਰਾ ਲਿਜਾ ਕੇ ਉਹ ਸਾਈਡ ਤੇ ਖੜਾ ਕਰਦਾ ਹੈ, ਮੁੜ ਕੇ ਉਹ ਉਸੇ ਤਰ੍ਹਾਂ ਹੀ ਮਿੱਟੀ ਦੇ ਵਿੱਚ ਮਿੱਟੀ ਹੋ ਜਾਂਦਾ ਹੈ। ਉਸੇ ਤਰ੍ਹਾਂ ਹੀ ਸਾਡੀ ਆਤਮਾ ਹੈ, ਸਾਡੀ ਸੋਲ ਹੈ ਕਿ ਜਿੰਨੀ ਕੁ ਦੇਰ ਤੱਕ ਅਸੀਂ ਪੂਜਾ ਪਾਠ ਪ੍ਰੇਅਰ ਦੇ ਵਿੱਚ ਲੱਗੇ ਰਹਿੰਦੇ ਹਾਂ, ਉਨੀ ਕੁ ਦੇਰ ਤੱਕ ਸਾਡਾ ਮਾਈਂਡ ਉੱਥੇ ਲੱਗਿਆ ਰਹਿੰਦਾ ਹੈ। ਪਰ ਕਦੇ ਕਦੇ ਤਾਂ ਸਾਡਾ ਮਾਈਂਡ ਵੀ ਉੱਥੇ ਨਹੀਂ ਹੁੰਦਾ, ਸਾਡਾ ਮਾਈਂਡ ਵੀ ਬਾਹਰ ਕਿਤੇ ਨਾ ਕਿਤੇ ਦੌੜਾ ਫਿਰਦਾ ਰਹਿੰਦਾ। ਭਾਵੇਂ ਅਸੀਂ ਅਰਦਾਸ ਕਰਦੇ ਹਾਂ, ਪ੍ਰੇਅਰ ਕਰਦੇ ਹਾਂ, ਪਰ ਫਿਰ ਵੀ ਸਾਡਾ ਧਿਆਨ ਕਿਤੇ ਨਾ ਕਿਤੇ ਲੱਗਾ ਰਹਿੰਦਾ ਹੈ। ਮੰਦਰ ਵਿੱਚ, ਗੁਰਦੁਆਰੇ ਵਿੱਚ ਬੈਠੇ ਹਾਂ, ਬਾਹਰ ਫਿਕਰ ਹੁੰਦਾ ਕਿ ਕਾਰ ਨੂੰ ਟਿਕਟ ਨਾ ਲੱਗ ਜਾਵੇ, ਜਾਂ ਫਿਰ ਮੈਂ ਕਿਤੇ ਕੰਮ ਤੇ ਜਾਣਾ ਸੀ, ਉੱਥੋਂ ਲੇਟ ਹੋ ਰਿਹਾ, ਮੈਂ ਲੇਟ ਨਾ ਹੋ ਜਾਵਾਂ, ਜਾਂ ਫਿਰ ਬੱਚੇ ਸਕੂਲ ਦੇ ਵਿੱਚ ਛੱਡਣੇ ਸੀ, ਲੈਣੇ ਸੀ, ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਸਾਡਾ ਮਾਈਂਡ ਹੈ, ਸਾਡਾ ਮਾਈਂਡ ਜੋ ਸਾਡਾ ਦਿਮਾਗ ਹੈ, ਫਿਜ਼ੀਕਲੀ ਵੀ ਆਰ ਦੇਅਰ, ਪਰ ਮੈਂਟਲੀ ਅਸੀਂ ਉਹ ਉੱਥੇ ਨਹੀਂ ਹੁੰਦੇ, ਸਾਡੀ ਆਤਮਾ ਉੱਥੇ ਨਹੀਂ ਹੁੰਦੀ। ਆਲਦੋ ਵੀ ਆਰ ਪਰਫਾਰਮਿੰਗ ਦ ਰਿਚੁਅਲਸ, ਅਸੀਂ ਉਹ ਰੀਤਾਂ ਰਿਵਾਜ਼ਾਂ ਵਿੱਚ ਪੈ ਕੇ ਉਹ ਪੂਜਾ ਪਾਠ ਕਰਦੇ ਰਹਿੰਦੇ ਹਾਂ, ਪਰ
ਸਾਡੀ ਜਿਹੜੀ ਸੋਲ ਹੈ, ਸਾਡੀ ਆਤਮਾ ਹੈ, ਉਹ ਉੱਥੇ ਨਹੀਂ ਹੁੰਦੀ। ਇਸੇ ਕਰਕੇ ਗੁਰੂ ਜੀ ਨੇ ਹਰ ਇੱਕ ਸ਼ਬਦ, ਗੁਰੂ ਜੀ ਨੇ ਸ਼ਬਦ ਜਿੰਨੇ ਵੀ ਲਿਖੇ ਹਨ ਉਹਨਾਂ ਦੇ ਵਿੱਚ ਸਾਨੂੰ ਐਜੂਕੇਟ ਕਰਨ ਦੀ ਜ਼ਰੂਰਤ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਵੀ ਸਕੂਲ ਦੇ ਵਿੱਚ ਜਾਂਦੇ ਹਾਂ, ਉੱਥੋਂ ਸਾਡਾ ਆਈਡੀਆ ਇਹ ਹੁੰਦਾ ਕਿ ਵੀ ਆਰ ਲਰਨਿੰਗ ਸਮਥਿੰਗ। ਸਕੂਲ ਦੇ ਵਿੱਚ ਬੱਚੇ ਪਾਉਣ ਤੋਂ ਪਹਿਲਾਂ ਅਸੀਂ ਟਰਾਈ ਕਰਦੇ ਹਾਂ ਲੱਭਣ ਦੀ ਕਿ ਕਿਹੜਾ ਸਕੂਲ ਵਧੀਆ ਹੈ। ਸਟੇਟ ਸਕੂਲ ਦੇ ਵਿੱਚ ਜਾਂਦੇ ਹਾਂ, ਗੌਰਮੈਂਟ ਦੇ ਸਕੂਲ ਹੁੰਦੇ ਉਹਨਾਂ ਵਿੱਚ ਦੇਖਦੇ ਹਾਂ ਕਿਹੜਾ ਸਕੂਲ ਵਧੀਆ ਹੈ। ਫਿਰ ਅਕੋਰਡਿੰਗਲੀ ਕਦੇ ਕਦੇ ਸਾਨੂੰ ਘਰ ਵੀ ਮੂਵ ਕਰਨਾ ਪੈਂਦਾ ਹੈ ਕਿ ਇਸ ਏਰੀਆ ਵਿੱਚ ਸਕੂਲ ਚੰਗੇ ਨੇ, ਮੈਂ ਦੂਸਰੇ ਏਰੀਆ ਵਿੱਚ ਸ਼ਿਫਟ ਹੋ ਜਾਵਾਂ ਤੇ ਸ਼ਾਇਦ ਮੈਨੂੰ ਸਕੂਲ ਚੰਗੇ ਮਿਲ ਜਾਣ, ਜਾਂ ਫਿਰ ਅਸੀਂ ਅਫੋਰਡ ਕਰ ਸਕੀਏ ਤੇ ਬੱਚਿਆਂ ਨੂੰ ਕਈ ਵਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾ ਦਿੰਦੇ ਹਾਂ ਤਾਂ ਕਿ ਉੱਥੋਂ ਕੁਛ ਨਾ ਕੁਛ ਨੌਲੇਜ ਮਿਲੇ, ਕੁਛ ਨਾ ਕੁਛ ਗਿਆਨ ਮਿਲੇ। ਉਹ ਸਾਡੇ ਬੱਚੇ ਹਨ, ਉਹ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਦੇ ਨਾਲ ਜੀਉ ਸਕਣ, ਕੁਛ ਨਾ ਕੁਛ ਲਰਨ ਕਰ ਸਕਣ, ਆਪਣੀ ਉਹ ਹੋਰ ਚੱਕਰਾਂ ਤੋਂ ਬਚ ਕੇ ਆਪਣੀ ਜ਼ਿੰਦਗੀ ਨੂੰ ਸਕਸੈਸਫੁਲ ਤਰੀਕੇ ਨਾਲ, ਚੰਗੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਉ ਸਕਣ। ਗੁਰੂ ਜੀ ਦੇ ਸ਼ਬਦ ਹਨ, ਉਹਨਾਂ ਨੇ ਨੌਲੇਜ ਲਿਖਿਆ ਹੋਇਆ ਹੈ, ਗਿਆਨ ਲਿਖਿਆ ਹੋਇਆ ਹੈ। ਉਹਨਾਂ ਦੇ ਵਿੱਚ ਸਾਨੂੰ ਹਰ ਇੱਕ ਲਾਈਨ ਦੇ ਵਿੱਚ, ਹਰ ਇੱਕ ਸ਼ਬਦ ਦੇ ਵਿੱਚ, ਹਰ ਇੱਕ ਅੱਖਰ ਦੇ ਵਿੱਚ ਕਿਸੇ ਨਾ ਕਿਸੇ ਪਾਸੇ ਵੱਲ ਸਾਨੂੰ ਇਸ਼ਾਰਾ ਕਰਕੇ ਗੁਰੂ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਨਾ ਕਿਸੇ ਸਕੂਲ ਦੇ ਵਿੱਚ, ਯੂਨੀਵਰਸਿਟੀ ਵਿੱਚ ਜਾਂਦੇ ਹਾਂ, ਉੱਥੋਂ ਸਾਡਾ ਆਈਡੀਆ ਇਹ ਹੁੰਦਾ ਹੈ ਕਿ ਵੀ ਆਰ ਲਰਨਿੰਗ ਸਮਥਿੰਗ। ਅਸੀਂ ਉੱਥੋਂ ਕੁਛ ਨਾ ਕੁਛ ਸਿੱਖ ਕੇ, ਲਰਨ ਕਰਕੇ ਅਸੀਂ ਆਪਣੀ ਦੁਬਿਧਾ ਨੂੰ, ਡੁਅਲਿਟੀ ਨੂੰ ਦੂਰ ਕਰਕੇ ਉੱਥੋਂ ਇੱਕ ਇਹੋ ਜਿਹਾ ਨੌਲੇਜ ਗੇਨ ਕਰਨਾ ਹੈ ਤਾਂ ਕਿ ਅਸੀਂ ਹਨੇਰੇ ਦੇ ਵਿੱਚੋਂ ਬਾਹਰ ਨਿਕਲ ਕੇ, ਆਪ ਵੀ ਹਨੇਰੇ ਤੋਂ ਬਾਹਰ ਨਿਕਲ ਗਏ ਤੇ ਦੂਸਰੇ ਲੋਕਾਂ ਨੂੰ ਵੀ ਉਸ ਡਾਰਕਨੈਸ ਤੋਂ ਬਾਹਰ ਕੱਢ ਸਕੀਏ। ਜਿਸ ਤਰ੍ਹਾਂ ਗੁਰੂ ਜੀ ਨੇ ਸ਼ਬਦ ਦੇ ਵਿੱਚ ਹੀ ਲਿਖਿਆ ਹੈ ਕਿ ਸੂਰਜ ਨਿਕਲਣ ਦੇ ਨਾਲ ਜੋ ਡਾਰਕਨੈਸ ਹੁੰਦੀ ਹੈ, ਹਨੇਰਾ ਹੁੰਦਾ ਹੈ, ਰਾਤ ਕਿੰਨੀ ਵੀ ਡਾਰਕ ਕਿਉਂ ਨਾ ਹੋਵੇ, ਪਰ ਜਿਸ ਵੇਲੇ ਸੂਰਜ ਨਿਕਲਦਾ ਹੈ, ਸਨਰਾਈਜ਼ ਹੁੰਦਾ ਹੈ, ਤੇ ਉਸ ਵੇਲੇ ਉਹ ਜਿਹੜੀ ਜਿੰਨੀ ਵੀ ਡਾਰਕਨੈਸ ਹੈ ਉਹ ਰਿਮੂਵ ਹੋ ਕੇ ਬ੍ਰਾਈਟਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਭਾਵੇਂ ਅਸੀਂ ਡਾਰਕਨੈਸ ਦੇ ਵਿੱਚੋਂ ਡਰਦੇ ਰਹਿੰਦੇ ਹਾਂ, ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਇੱਕ ਸ਼ਬਦ ਦੇ ਵਿੱਚ ਹੋਰ ਲਿਖਿਆ ਹੈ ਕਿ ਹਨੇਰੇ ਦੇ ਵਿੱਚ ਫਸ ਕੇ ਅਸੀਂ ਰਸਤੇ ਦੇ ਵਿੱਚ ਪਈ ਹੋਈ ਇੱਕ ਰੱਸੀ ਨੂੰ, ਰੋਪ ਨੂੰ ਵੀ ਸੱਪ ਸਮਝ ਲੱਗ ਪੈਂਦੇ ਹਾਂ। ਹਨੇਰੇ 'ਚ ਆਪਾਂ ਕਿਤੇ ਵੀ ਚਲੇ ਜਾਈਏ, ਅਸੀਂ ਭੁੱਲ ਜਾਂਦੇ ਹਾਂ, ਰਸਤਾ ਭੁੱਲ ਜਾਂਦੇ ਹਾਂ, ਸਾਨੂੰ ਕਨਫਿਊਜ਼ ਹੋ ਜਾਂਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਡਰਾਈਵ ਕਰਦੇ ਹਾਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਟਰਨਿੰਗ ਲੈਣੀ ਸੀ, ਕਿਸ ਪਾਸੇ ਵੱਲ ਜਾਣਾ ਸੀ, ਕਿਉਂਕਿ ਅਸੀਂ ਬਾਅਦ ਵਿੱਚ ਕਹਿੰਦੇ ਇੱਥੇ ਲਾਈਟਾਂ ਨਹੀਂ ਸੀ, ਇੱਥੇ ਕਨਫਿਊਜ਼ਨ ਸੀ, ਮੈਨੂੰ ਪਤਾ ਨਹੀਂ ਲੱਗਿਆ। ਕਦੇ ਕਦੇ ਐਕਸੀਡੈਂਟ ਹੋ ਜਾਂਦੇ ਹਨ ਕਿ ਇੱਥੇ ਲਾਈਟ ਨਹੀਂ ਸੀ, ਇੱਥੇ ਹਨੇਰਾ ਸੀ, ਇੱਥੇ ਡਾਰਕਨੈਸ ਸੀਗੀ। ਉਹੀ ਚੀਜ਼ ਗੁਰੂ ਜੀ ਜ਼ਿੰਦਗੀ ਦੀ ਕਰ ਰਹੇ ਨੇ। ਸਾਡੀ ਲਾਈਫ, ਸਾਡੀ ਜ਼ਿੰਦਗੀ ਦੀ ਪ੍ਰੋਸਪੈਰਿਟੀ ਕਿੱਦਾਂ ਲੈ ਕੇ ਆਉਣੀ ਹੈ, ਡਾਰਕਨੈਸ ਨੂੰ ਰਿਮੂਵ ਕਰਕੇ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ, ਖੁਸ਼ਹਾਲ ਤਰੀਕੇ ਦੇ ਨਾਲ ਇੱਕ ਪ੍ਰੋਸਪਰਸ ਜ਼ਿੰਦਗੀ ਜੀਉਣ ਦਾ ਰਸਤਾ ਗੁਰੂ ਜੀ ਦਿਖਾ ਰਹੇ ਹਨ ਕਿ ਜਿੰਨੇ ਵੀ ਤਰੀਕੇ ਨਾਲ ਅਸੀਂ ਪ੍ਰੇਅਰ ਕਰ ਲਈਏ, ਪੂਜਾ ਕਰ ਲਈਏ, ਪਾਠ ਕਰ ਲਈਏ, ਦੁੱਧ ਚੜਾ ਲਈਏ, ਅੰਮ੍ਰਿਤ ਚੜਾ ਲਈਏ, ਧੂਪ ਕਰ ਦਈਏ, ਬੱਤੀ ਕਰ ਦਈਏ, ਚੌਰ ਕਰੀਏ, ਪਾਠ ਕਰੀਏ, ਪੂਜਾ ਕਰੀਏ, ਲੰਗਰ ਲਗਵਾਈਏ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਅਸੀਂ ਉਸ ਟਾਈਮ ਦੇ ਵਿੱਚ ਆਪਣੇ ਆਪ ਨੂੰ ਅਸੀਂ ਪ੍ਰੈਜ਼ੈਂਟ ਸਮਝਦੇ ਹਾਂ, ਪਰ ਉਸ ਟਾਈਮ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਉਸੇ ਹੀ ਚੀਜ਼ ਦੇ ਵਿੱਚ ਫਸ ਜਾਂਦੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਕੀਤਾ ਕਿ ਐਲੀਫੈਂਟ ਨਹਾਉਣ ਤੋਂ ਬਾਅਦ ਦੇ ਵਿੱਚ ਉਹ ਮੁੜ ਕੇ ਮਿੱਟੀ ਦੇ ਵਿੱਚ ਜਾ ਕੇ ਮਿੱਟੀ ਹੀ ਹੋ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਵੀ ਜਪਜੀ ਸਾਹਿਬ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਸਾਡਾ ਜੋ ਮਨ ਹੈ, ਸਾਡਾ ਮਾਈਂਡ ਹੈ, ਉਹ ਸਾਫ਼ ਪਵਿੱਤਰ ਕਿਸ ਤਰ੍ਹਾਂ ਕਰਨਾ ਹੈ। ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਸਾਬਣ ਲੈ ਕੇ ਅਸੀਂ ਆਪਣੇ ਆਪ ਨੇ ਹੱਥਾਂ ਨੂੰ ਧੋ ਦਿੰਦੇ ਹਾਂ, ਆਪਣੀ ਬੋਡੀ ਨੂੰ ਵਾਸ਼ ਕਰ ਲੈਂਦੇ ਹਾਂ, ਪਰ ਜੋ ਸਾਡੀ ਇੰਟਰਨਲੀ ਸਾਡੀ ਸੋਲ ਹੈ ਉਹਨੂੰ ਵਾਸ਼ ਕਿੱਦਾਂ ਕਰਨਾ ਹੈ, ਗੁਰੂ ਜੀ ਐਗਜ਼ਾਮਪਲ ਦਿੰਦੇ ਹਨ। ਗੁਰੂ ਜੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਆਦਮੀ ਕਿੰਨਾ ਵੀ ਇੰਟੈਲੀਜੈਂਟ ਕਿਉਂ ਨਾ ਹੋਵੇ, ਪਰ ਜਦੋਂ ਪਰਮ ਆਤਮਾ ਦੀ ਉਹਨਾਂ ਕੋਈ ਐਕਟ ਹੁੰਦਾ ਹੈ, ਪਰਮਾਤਮਾ ਨੇ ਕੁਛ ਕਰਨਾ ਹੁੰਦਾ ਤਾਂ ਉਹ ਵੀ ਕਿਸੇ ਨੂੰ ਸਮਝ ਨਹੀਂ ਆਉਂਦਾ। ਦੇਖ ਲਓ ਟਰਕੀ ਦੇ ਵਿੱਚ ਅਰਥਕੁਇਕ ਹੋਇਆ, ਕਈ ਜਗ੍ਹਾ 'ਤੇ ਟ੍ਰੇਨਾਂ ਦੇ ਵਿੱਚ ਐਕਸੀਡੈਂਟ ਹੋਏ, ਕਈ ਜਗ੍ਹਾ 'ਤੇ ਅੱਗ ਲੱਗ ਜਾਂਦੀ ਹੈ, ਵੋਲਕੈਨੋ ਹੋ ਜਾਂਦਾ ਹੈ, ਕਈ ਜਗ੍ਹਾ 'ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਸਾਇੰਸ ਭਾਵੇਂ ਜਿੰਨੀ ਮਰਜ਼ੀ ਹੀ ਤਰੱਕੀ ਕਰ ਜਾਵੇ, ਪਰ ਜੋ ਲਾਰਡ ਦਾ ਐਕਟ ਹੈ ਉਸ ਤੋਂ ਵੱਡਾ ਕੋਈ ਵੀ ਨਹੀਂ ਹੈ।
ਉਹੀ ਗੱਲ ਗੁਰੂ ਜੀ ਸਾਨੂੰ ਸਮਝਾਉਣ ਦੀ ਗੱਲ ਕਰਦੇ ਹਨ ਕਿ ਅਸੀਂ ਇੱਕ ਇਹੋ ਜਿਹੇ ਮੈਟਲ ਦੇ ਬਣੇ ਹੋਏ ਹਾਂ ਜਿਸ ਵਿੱਚ ਪਵਿੱਤਰਤਾ ਨਹੀਂ ਹੈ। ਉਸ ਨੂੰ ਪਵਿੱਤਰ ਕਰਨ ਦੇ ਲਈ, ਉਸ ਨੂੰ ਪਿਉਰੀਫਾਈ ਕਰਨ ਦੇ ਲਈ ਆਪਣੇ ਆਪ ਨੂੰ ਪਰਮ ਆਤਮਾ ਦੇ ਨਾਲ ਕਨੈਕਟ ਕਰਨ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਅਸੀਂ ਕੋਈ ਬਲਬ ਹੋਵੇ, ਟਿਊਬ ਹੋਵੇ, ਉਸ ਨੂੰ ਜਦ ਤੱਕ ਪਾਵਰ ਦੇ ਨਾਲ ਕਨੈਕਟ ਨਹੀਂ ਨਾ ਕਰਦੇ ਤਦ ਤੱਕ ਉਹ ਲਾਈਟ ਨਹੀਂ ਦਿੰਦਾ, ਭਾਵੇਂ ਕਿੰਨਾ ਵੀ ਵਧੀਆ, ਕਿੰਨਾ ਵੀ ਐਕਸਪੈਂਸਿਵ ਕਿਉਂ ਨਾ ਹੋਵੇ, ਕਿਉਂਕਿ ਜਦ ਤੱਕ ਅਸੀਂ ਉਸ ਨੂੰ ਬੈਟਰੀ ਦੇ ਨਾਲ, ਪਾਵਰ ਦੇ ਨਾਲ ਕਨੈਕਟ ਨਹੀਂ ਨਾ ਕਰਦੇ, ਸਵਿਚ ਔਨ ਨਹੀਂ ਨਾ ਕਰਦੇ, ਉਦੋਂ ਤੱਕ ਉਹ ਯੂਜ਼ਲੈਸ ਹੀ ਹੁੰਦਾ ਹੈ। ਇਸ ਤਰ੍ਹਾਂ ਹੀ ਸਾਡੀ ਹਿਊਮਨ ਮਾਈਂਡ ਹੈ, ਹਿਊਮਨ ਨੇਚਰ ਹੈ ਕਿ ਇਹ ਯੂਜ਼ਲੈਸ ਹੀ ਬਣਿਆ ਰਹਿੰਦਾ ਹੈ ਆਪਣੇ ਪੈਸ਼ਨਸ ਦੇ ਵਿੱਚ, ਵਾਇਸਸ ਦੇ ਵਿੱਚ ਫਸ ਕੇ, ਕਿਉਂਕਿ ਅਸੀਂ ਜ਼ਿੰਦਗੀ ਨੂੰ ਇੰਨਾ ਕੰਫਰਟੇਬਲ ਬਣਾ ਲਿਆ ਹੈ, ਆਪਣੇ ਆਪ ਨੂੰ ਕਨਫਿਊਜ਼ ਕਰ ਲਿਆ ਹੈ ਕਿ ਅਸੀਂ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੰਦੇ। ਗੁਰੂ ਜੀ ਕਹਿ ਰਹੇ ਨੇ ਕਿ ਮਨ ਨੂੰ ਕਦੋਂ ਪਵਿੱਤਰ ਕਰਾਂਗੇ, ਮਨ ਕਦੋਂ ਚੰਗੇ ਪਾਸੇ ਵੱਲ ਲੱਗੂਗਾ। ਇਹ ਸਾਰਾ ਸੋਚ ਕੇ ਗੁਰੂ ਜੀ ਕਹਿ ਰਹੇ ਕਿ ਮੈਂ ਉਦਾਸ ਹਾਂ, ਸੈਡ ਹਾਂ। ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਜੋ ਮੇਰਾ ਆਈਡੀਆ ਹੈ ਉਹ ਲੋਕ ਸਮਝ ਨਹੀਂ ਰਹੇ। ਆਪਣੇ ਆਈਡੀਆ ਨੂੰ ਲੋਕਾਂ ਦੇ ਵਿੱਚ ਲਿਆਉਣ ਦੇ ਲਈ, ਆਪਣੀ ਨੌਲੇਜ ਨੂੰ ਲੋਕਾਂ ਦੇ ਵਿੱਚ ਸਪਰੈਡ ਕਰਨ ਦੇ ਲਈ, ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੱਤੀ ਚੰਗੀ ਯੂਨੀਵਰਸਿਟੀ ਦੀ, ਚੰਗੇ ਕਾਲਜ ਦੀ, ਚੰਗੇ ਸਕੂਲ ਦੀ, ਕਿ ਜਦੋਂ ਚੰਗੇ ਸਕੂਲ, ਚੰਗੀ ਯੂਨੀਵਰਸਿਟੀ, ਚੰਗੇ ਟੀਚਰਾਂ ਦੇ ਨਾਲ ਸਾਡਾ ਲਿੰਕ ਬਣਦਾ ਹੈ, ਉੱਥੋਂ ਸਾਨੂੰ ਕੁਛ ਨਾ ਕੁਛ ਨੌਲੇਜ ਮਿਲਦਾ ਹੈ। ਇਸੇ ਤਰ੍ਹਾਂ ਹੀ ਜਦੋਂ ਕੋਈ ਸ਼ਬਦ ਬਾਣੀ ਅਸੀਂ ਪੜ੍ਹਦੇ ਹਾਂ, ਉਹਨਾਂ ਵਿੱਚੋਂ ਸਾਨੂੰ ਕੁਛ ਨਾ ਕੁਛ ਨੌਲੇਜ ਮਿਲਦਾ ਹੈ। ਉਸ ਨੌਲੇਜ ਦੇ ਨਾਲ ਸਾਨੂੰ ਗਿਆਨ ਮਿਲਦਾ ਹੈ, ਚਾਨਣ ਹੁੰਦਾ ਹੈ। ਫਿਰ ਜਦ ਚਾਨਣ ਹੋ ਜਾਂਦਾ ਹੈ, ਸਾਡਾ ਗਿਆਨ ਮਿਲ ਜਾਂਦਾ ਹੈ ਤੇ ਡਾਰਕਨੈਸ ਟੋਟਲੀ ਰਿਮੂਵ ਹੋ ਜਾਂਦੀ ਹੈ, ਹਨੇਰਾ ਇੱਕਦਮ ਦੂਰ ਚਲੇ ਜਾਂਦਾ ਹੈ। ਤੇ ਗੁਰੂ ਜੀ ਕਹਿੰਦੇ ਨੇ ਕਿ ਇਹ ਸਾਰੇ ਚੱਕਰਾਂ ਦੇ ਵਿੱਚ ਪੈਣ ਤੋਂ ਬਾਅਦ ਦੇ ਵਿੱਚ ਵੀ ਅਸੀਂ ਪੂਜਾ ਪਾਠ ਕੀਤੀ, ਪ੍ਰੇਅਰ ਕੀਤੀ, ਜਗ ਕੀਤਾ, ਸਾਰਾ ਕੁਝ ਕਰਨ ਤੋਂ ਬਾਅਦ ਦੇ ਵਿੱਚ, ਪਰ ਫਿਰ ਵੀ ਜਦੋਂ ਅਸੀਂ ਬਾਅਦ ਦੇ ਵਿੱਚ ਦੇਖਦੇ ਹਾਂ ਕਿ ਉਹ ਮੁੜ ਕੇ ਉਸੇ ਤਰ੍ਹਾਂ ਹੀ ਰਿਪੀਟਡਲੀ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰ ਦਿੰਦੇ ਆ। ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ। ਕਿ ਕੱਪੜੇ ਗੰਦੇ ਹੋ ਜਾਂਦੇ ਹਨ, ਬੋਡੀ ਗੰਦੀ ਹੋ ਜਾਂਦੀ ਹੈ, ਅਸੀਂ ਸਾਬਣ ਲੈ ਕੇ, ਸੋਪ ਲੈ ਕੇ, ਵਾਟਰ ਲੈ ਕੇ ਉਸ ਨੂੰ ਕਲੀਨ ਕਰ ਲੈਂਦੇ ਹਾਂ, ਪਰ ਜੋ ਸਾਡੀ ਸੋਲ ਹੈ, ਸਾਡੀ ਆਤਮਾ ਹੈ, ਉਹਨੂੰ ਕਿੱਦਾਂ ਪਿਓਰ ਕਰਨਾ ਹੈ, ਉਹਨੂੰ ਕਿੱਦਾਂ ਅਸੀਂ ਪਿਓਰੀਫਾਈ ਕਰਨਾ ਹੈ। ਦਿਖਾਵੇ ਦੇ ਤੌਰ ਤੇ, ਜਿਸ ਤਰ੍ਹਾਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਅਸੀਂ ਰਿਚੁਅਲ, ਰੀਤਾਂ ਰਿਵਾਜਾਂ ਦੇ ਵਿੱਚ ਪੈ ਕੇ ਉਹ ਆਪਣੇ ਉਹਨੂੰ ਡਿਊਟੀਜ਼ ਪਰਫਾਰਮ ਕਰਦੇ ਰਹਿੰਦੇ ਹਾਂ, ਪਰ ਜਦੋਂ ਅਸੀਂ ਉਹ ਡਿਊਟੀ ਪਰਫਾਰਮ ਕਰਦੇ ਵਕਤ, ਰੀਤ ਰਿਵਾਜ ਕਰਨ ਤੋਂ ਬਾਅਦ ਦੇ ਵਿੱਚ, ਭਾਵੇਂ ਅਸੀਂ ਜਗ ਕਰੀਏ, ਭਾਵੇਂ ਅਸੀਂ ਲੰਗਰ ਲਾਈਏ, ਭਾਵੇਂ ਪੂਜਾ ਕਰੀਏ, ਭਾਵੇਂ ਪਾਠ ਕਰੀਏ, ਭਾਵੇਂ ਪ੍ਰੇਅਰ ਕਰੀਏ, ਉਸ ਤੋਂ ਬਾਅਦ ਵਿੱਚ ਰਿਪੀਟਡਲੀ ਅਗੇਨ ਵੀ ਕਮ ਬੈਕ ਟੂ ਦ ਸੇਮ ਪਲੇਸ ਜਿੱਥੋਂ ਅਸੀਂ ਸ਼ੁਰੂ ਹੋਏ ਸੀ। ਜਿੱਥੋਂ ਮੈਂ ਸ਼ਬਦ ਨੇ ਦੂਸਰਾ ਸ਼ਬਦ ਸ਼ੁਰੂ ਕੀਤਾ ਸੀ, ਰਾਗ ਕੇਦਾਰਾ ਦੇ ਵਿੱਚ ਗੁਰੂ ਰਵਿਦਾਸ ਜੀ ਨੇ ਲਿਖਿਆ ਸੀ ਕਿ ਅਸੀਂ ਕਨਫਿਊਜ਼ ਆਪਣੇ ਆਪ ਨੂੰ ਕਰਦੇ ਹੀ ਰਹਿੰਦੇ ਹਾਂ। ਖੱਟ ਕਰਮ ਕੁੱਲ ਸੰਯੁਕਤ ਹੈ, ਹਰ ਭਗਤੀ ਹਿਰਦੇ ਨਾਏ, ਚਰਨਾਰ ਬਿੰਦ ਨਾ ਕਥਾ ਪਾਵੇ, ਸੁਪਚ ਤੁਲ ਸਮਾਨ। ਕਿ ਕਹਿੰਦੇ ਕਿ ਜਿਹੜੇ ਵੀ ਰਿਚੁਅਲ, ਰੀਤ ਰਿਵਾਜ ਹਨ, ਉਹਨਾਂ ਦਾ ਸਾਨੂੰ ਸਮਝ ਆ ਜਾਂਦੀ ਹੈ, ਪਰ ਉਹਨਾਂ ਦਾ ਅਸਰ ਸਾਡੇ ਹਿਰਦੇ ਤੇ, ਸਾਡੀ ਸੋਲ ਤੇ ਹੁੰਦਾ ਹੀ ਨਹੀਂ। ਇਹੋ ਜਿਹਾ ਆਦਮੀ ਸਭ ਤੋਂ ਜ਼ਿਆਦਾ ਭੈੜਾ, ਸਭ ਤੋਂ ਜ਼ਿਆਦਾ ਆਦਮੀ ਬੁਰਾ ਗੁਰੂ ਜੀ ਨੇ ਕਿਹਾ ਹੈ ਕਿ ਉਸ ਦੇ ਹਿਰਦੇ ਵਿੱਚ ਉਸ ਭਗਤੀ ਦਾ, ਉਸ ਪ੍ਰੇਅਰ ਦਾ ਕੋਈ ਅਸਰ ਨਹੀਂ ਹੁੰਦਾ। ਰਿਚੁਅਲ, ਰੀਤ ਰਿਵਾਜਾਂ ਦੇ ਵਿੱਚ ਫਸ ਕੇ ਅਸੀਂ ਆਪਣੇ ਆਪ ਨੂੰ ਹੋਰ ਡਿਊਰਿਟੀ ਦੇ ਵਿੱਚ, ਦੁਬਿਧਾ ਦੇ ਵਿੱਚ ਕਨਫਿਊਜ਼ ਕਰਦੇ ਰਹਿੰਦੇ ਹਾਂ, ਪਰ ਰਿਐਲਿਟੀ ਦੇ ਵਿੱਚ, ਸੱਚਾਈ ਦੇ ਵਿੱਚ, ਪ੍ਰੈਕਟੀਕਲ ਲਾਈਫ ਦੇ ਵਿੱਚ ਉਸ ਦਾ ਸਾਡੀ ਸੋਲ ਤੇ ਸਾਡੀ ਬੋਡੀ ਤੇ ਕੋਈ ਅਸਰ ਹੀ ਨਹੀਂ ਰਹਿੰਦਾ। ਤੇ ਜਦੋਂ ਸਾਨੂੰ ਇਹ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਗੁਰੂ ਜੀ ਕਹਿ ਰਹੇ ਹਨ ਕਿ ਉਸ ਵੇਲੇ ਇਹ ਸਾਡੇ ਲਈ ਟੂ ਲੇਟ ਹੋ ਜਾਂਦਾ ਹੈ। ਗੁਰੂ ਜੀ ਕਹਿੰਦੇ ਇਹੋ ਜਿਹੀਆਂ ਚੀਜ਼ਾਂ ਨੂੰ ਸੋਚ ਕੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਸੋਚ ਕੇ, ਕਿਉਂਕਿ ਸਾਡੇ ਦਿਲਾਂ ਵਿੱਚ ਪ੍ਰੇਮ ਦੀ ਭਗਤੀ, ਜੋ ਇੱਕ ਪਰਮਾਤਮਾ ਦੇ ਨਾਲ ਲਵ ਤੇ ਡਿਵੋਸ਼ਨਸ ਹੈ, ਉਹ ਤੇ ਕਦੇ ਹੁੰਦਾ ਹੀ ਨਹੀਂ। ਇਹਨਾਂ ਚੀਜ਼ਾਂ ਦੇ ਨਾਲ ਗੁਰੂ ਜੀ ਕਹਿ ਰਹੇ ਕਿ ਮੈਨੂੰ ਹੋਰ ਇਹ ਚੀਜ਼ਾਂ ਡਿਪਰੈਸ ਕਰ ਰਹੀਆਂ ਹਨ। ਮੈਂ ਇਹ ਚੀਜ਼ਾਂ ਨਾਲ ਸੋਚ ਕੇ, ਲੋਕ ਮੇਰੇ ਸਾਹਮਣੇ ਬੈਠੇ ਹਨ, ਜਾਣ ਅਣਜਾਣ ਭੈ ਹਮ ਬਾਵਰ, ਕਿ ਜਿਸ ਤਰ੍ਹਾਂ ਕਿਸੇ ਨੂੰ ਮੈਂਟਲ ਇਲਨੈਸ ਹੋਵੇ, ਰਿਪੀਟਡਲੀ ਅਸੀਂ ਕਿਸੇ ਚੀਜ਼ ਨੂੰ ਸਮਝਾਉਂਦੇ ਜਾਈਏ ਪਰ ਉਸ ਦੇ ਦਿਮਾਗ ਦੇ ਵਿੱਚ ਨਾ ਪਵੇ, ਤੇ ਫਿਰ ਅਸੀਂ ਵੀ ਕਨਫਿਊਜ਼ ਹੋ ਜਾਂਦੇ ਹਾਂ ਕਿ ਅਸੀਂ ਕਿਸੇ ਐਕਟ ਨੂੰ, ਕਿਸੇ ਕੰਮ ਨੂੰ ਬਾਰ-ਬਾਰ ਕਰ ਰਹੇ ਹਾਂ, ਬਾਰ-ਬਾਰ ਰਿਪੀਟਡ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦਿਨ ਆਉਂਦਾ ਹੈ, ਦਿਨ ਚਲਿਆ ਜਾਂਦਾ ਹੈ, ਪਰ ਜੋ ਐਕਚੁਅਲੀ ਜਿੱਥੋਂ ਗੁਰੂ ਜੀ ਆਪਣੀ ਮੁਕਤੀ ਦੀ, ਸਲਵੇਸ਼ਨ ਦੀ ਗੱਲ ਕਰਦੇ ਹਨ, ਗਿਆਨ ਦੀ ਗੱਲ ਕਰਦੇ ਹਨ,
ਉਸ ਗਿਆਨ ਨੂੰ ਗੇਨ ਕਰਨ ਦੇ ਲਈ, ਗਿਆਨ ਨੂੰ ਲੈਣ ਦੇ ਲਈ ਗੁਰੂ ਜੀ ਕਹਿ ਰਹੇ ਹਨ ਕਿ ਅਸੀਂ ਬਾਹਰੋਂ ਤੇ ਧੋ ਲੈਂਦੇ ਹਾਂ ਆਪਣੇ ਆਪ ਨੂੰ, ਪਰ ਅੰਦਰੋਂ ਸਾਡੇ ਵਿੱਚ ਉਹੀ ਜੋ ਮੈਲ ਰਹਿ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਪ੍ਰੇਅਰ ਕਰਨ ਤੋਂ ਬਾਅਦ ਜਦੋਂ ਪ੍ਰੇਅਰ ਖਤਮ ਹੋ ਜਾਂਦੀ ਹੈ, ਅਗੇਨ ਵੀ ਕਮ ਬੈਕ ਟੂ ਦਾ ਸੇਮ ਪੁਆਇੰਟ ਜਿੱਥੋਂ ਅਸੀਂ ਸ਼ੁਰੂ ਹੁੰਦੇ ਹਨ। ਗੁਰੂ ਜੀ ਕਹਿ ਰਹੇ ਹਨ ਕਿ ਅਸੀਂ ਆਵਾਗਮਨ ਦੇ ਚੱਕਰਾਂ ਦੇ ਵਿੱਚ ਹੀ ਪੈ ਰਹਿ ਜਾਂਦੇ ਹਾਂ। ਬੋਬਿਤ ਧਰਮ ਨਰੂਪੀਏ ਕਰਤਾ ਦਿਸੇ ਸਭ ਲੋਏ, ਕਬਨ ਕਰਮ ਤੇ ਛੂਟੀਏ ਜਾਂ ਸਾਧੇ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਏ ਸੰਕਾ ਸੁਣ ਵੇਦ ਪੁਰਾਨ, ਕਿ ਕਿਹੜਾ ਕਰਮ ਕਰਾਂ, ਕਿਹੜਾ ਕਰਮ ਕਰਾਂ ਕਿ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤੀ ਮਿਲ ਜਾਵੇ, ਗਿਆਨ ਮਿਲ ਜਾਵੇ। ਇਹਨਾਂ ਨਾਲ ਮੈਨੂੰ ਹੋਰ ਕਨਫਿਊਜ਼ਨ ਹੋ ਰਹੀ ਹੈ। ਸੰਸਾ ਸਦ ਹਿਰਦੇ ਵਸੇ ਕੌਣ ਹਿਰੇ ਅਭਮਾਨ। ਇਗੋਟਿਜ਼ਮ ਦੇ ਵਿੱਚ, ਇਲੂਜ਼ਨ ਦੇ ਵਿੱਚ ਫਸ ਕੇ ਅਸੀਂ ਹੋਰ ਕਨਫਿਊਜ਼ ਹੁੰਦੇ ਰਹਿੰਦੇ ਹਾਂ। ਬਾਹਰ ਉਦਕ ਪਖਾਰੀਏ ਘਟ ਪੀਤਰ ਬਿਦ ਵਿਕਾਰ, ਸੁਧ ਕਬਨ ਪਰ ਹੋਏ ਬੋ ਸੁਧ ਕੁੰਚਰ ਬਿਦ ਵਿਹਾਰ। ਗੁਰੂ ਜੀ ਨੇ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਆਪਣੇ ਸ਼ਬਦਾਂ ਵਿੱਚ। ਕੁੰਚਰ ਹਾਥੀ ਹੁੰਦਾ ਹੈ, ਜਿਸ ਤਰ੍ਹਾਂ ਹਾਥੀ ਨੂੰ ਅਸੀਂ ਸ਼ੁੱਧ ਕਰਨ ਦੀ ਟਰਾਈ ਕਰਦੇ ਹਾਂ, ਮਿੱਟੀ ਦੇ ਜਾਵੇ ਚਲੇ ਜਾਂਦੇ। ਇਸੇ ਤਰ੍ਹਾਂ ਸਾਡੀ ਸੋਲ ਹੈ, ਪ੍ਰੇਅਰ ਦੇ ਟਾਈਮ ਦੇ ਵਿੱਚ ਉੱਥੇ ਹੁੰਦੀ ਹੈ ਸਾਡੀ ਆਤਮਾ, ਬਾਅਦ ਦੇ ਵਿੱਚ ਅਸੀਂ ਉਸੇ ਤਰ੍ਹਾਂ ਹੀ ਕਨਫਿਊਜ਼ ਹੋ ਰਹਿੰਦੇ ਹਾਂ। ਪਰ ਜੋ ਸਾਨੂੰ ਨੌਲੇਜ ਮਿਲਦਾ ਹੈ, ਗਿਆਨ ਮਿਲਦਾ ਹੈ, ਅਸੀਂ ਉਹ ਗਿਆਨ ਲੈਂਦੇ ਹੀ ਨਹੀਂ, ਅਸੀਂ ਨੌਲੇਜ ਉਹ ਲੈਂਦੇ ਹੀ ਨਹੀਂ, ਕਿਉਂਕਿ ਅਸੀਂ ਆਪਣੀ ਸੋਲ ਨੂੰ ਉਸ ਪਰਮਾਤਮਾ ਦੇ ਨਾਲ ਜੋੜਨ ਦੀ ਟਰਾਈ ਕਰਦੇ ਹੀ ਨਹੀਂ। ਗੁਰੂ ਜੀ ਅਗਲੀਆਂ ਲਾਈਨਾਂ ਵਿੱਚ ਲਿਖਦੇ ਹਨ, ਸੁਧ ਕਬਨ ਪਰ ਹੋਏ ਬੋ ਸੁਧ ਕੁੰਚਰ ਬੁੱਧ ਵਿਹਾਰ, ਰਬ ਪ੍ਰਕਾਸ਼ ਰਜਨੀ ਜਥਾ ਜਾਣਤ ਸਭ ਸੰਸਾਰ। ਕਿ ਸੂਰਜ ਚੜ੍ਹਨ ਦੇ ਨਾਲ ਹਨੇਰਾ ਹੋ ਜਾਂਦਾ, ਸਾਰੀ ਲੋਕਾਂ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ ਹੈ। ਪਾਰਸ ਮਾਨੋ ਤਬ ਛੂਏ ਕਨਕ ਹੋਤ ਨਹੀਂ ਬਾਰ, ਕਿ ਇਮੀਡੀਏਟਲੀ ਜਿਸ ਤਰ੍ਹਾਂ ਗੱਲ ਕੀਤੀ ਸੀ ਬੈਟਰੀ ਦੀ ਟੋਰਚ, ਜਦੋਂ ਅਸੀਂ ਸਵਿਚ ਔਨ ਕਰਦੇ ਹਾਂ ਤਾਂ ਲਾਈਟ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਕਾਪਰ ਨੂੰ, ਕਿਸੇ ਹੋਰ ਮੈਟਲ ਨੂੰ ਜਦੋਂ ਫਲੋਸਫਰ ਸਟੋਰ ਦੇ ਨਾਲ ਆ ਜਾਂਦਾ, ਇਮੀਡੀਏਟਲੀ ਇਟ ਟਰਾਂਸਫਾਰਮਸ ਇਨਟੂ ਗੋਲਡ। ਇਸ ਤਰ੍ਹਾਂ ਹੀ ਸਾਡੀ ਆਤਮਾ ਉਹ ਚੰਗੇ ਪਾਸੇ ਲੱਗ ਜਾਂਦੀ ਜੇ ਅਗਰ ਸਾਨੂੰ ਰਾਈਟ ਕਨੈਕਸ਼ਨ ਮਿਲ ਜਾਵੇ। ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਟ। ਫਿਰ ਗੁਰੂ ਜੀ ਆਪਣੇ ਸਵਾਲਾਂ ਦੇ ਵਿੱਚੋਂ ਆਪ ਹੀ ਜਵਾਬ ਕਰਦੇ ਹਨ। ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਟ, ਉਰਮਨ ਮਨ ਮਨ ਹੀ ਮਿਲੇ ਛੁੱਟ ਕਰ ਬਜਟ ਕਪਾਟ। ਕਿ ਜਿਹੜੇ ਸਾਡੇ ਐਕਸ਼ਨਸ ਹੁੰਦੇ ਹਨ, ਜੋ ਸਾਡੇ ਕੰਮ ਹੁੰਦੇ ਹਨ, ਉਹੀ ਸਾਨੂੰ ਇਸ ਪਾਸੇ ਵੱਲ ਲੈ ਜਾਂਦੇ ਹਨ ਕਿ ਪੂਰਬ ਲਿਖਤ ਲਲਾਟ। ਜੇ ਜੋ ਅਸੀਂ ਕੰਮਾਂ ਦੇ ਵਿੱਚ, ਸਾਡੀ ਡੈਸਟੀਨੀ ਦੇ ਵਿੱਚ ਅਸੀਂ ਕੰਮ ਕੀਤਾ ਹੁੰਦਾ ਹੈ, ਉਹਨਾਂ ਦਾ ਸਾਨੂੰ ਰਿਜ਼ਲਟ ਮਿਲਦਾ ਹੈ। ਫਿਰ ਜਦੋਂ ਸਾਨੂੰ ਸੁਪਰੀਮ ਲੋਰਡ, ਸੁਪਰੀਮ ਫਿਲਾਸਫਰ ਜਾਂ ਗੁਰੂ ਦਾ ਨੌਲੇਜ ਮਿਲ ਜਾਂਦਾ ਹੈ, ਤੇ ਫਿਰ ਉਸ ਵੇਲੇ ਕਹਿੰਦੇ ਨੇ ਕਿ ਉਹ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿੰਦੇ ਹਾਂ, ਤੇਰਾ ਪਤਾ ਨਹੀਂ ਉਹ ਲੱਗਦਾ, ਉਹ 'ਚ ਨਾਮ ਹੀ ਲੈਂਦੇ ਹਾਂ। ਜਿਸ ਤਰ੍ਹਾਂ ਗੀਤ ਦੇ ਵਿੱਚ ਲਿਖਿਆ ਹੈ ਕਿ 9 ਦਰਵਾਜ਼ੇ ਲੰਘ ਕੇ 10ਵਾਂ ਕਿੱਦਾਂ ਖੋਲੀਦਾ, ਬੰਦ ਜਵਾਨਾ ਦਸਖਾਂ ਮੈਨੂੰ ਕਿੱਦਾਂ ਬੋਲੀਦਾ। ਜਿਸ ਵੇਲੇ ਆਦਮੀ ਨੂੰ ਗਿਆਨ ਹੋ ਜਾਵੇ, ਨੌਲੇਜ ਮਿਲ ਜਾਵੇ, ਉਸ ਦੇ ਕਨੈਕਸ਼ਨ ਪਰਮਾਤਮਾ ਦੇ ਨਾਲ ਜੁੜ ਜਾਵੇ, ਫਿਰ ਉਸ ਨੂੰ ਐਕਸਪ੍ਰੈਸ ਕਰਨਾ ਜਾਂ ਐਕਸਪਲੇਨ ਕਰਨਾ। ਗੁਰੂ ਜੀ ਕਹਿ ਰਹੇ ਨੇ ਕਿ ਕਿਸੇ ਵੀ ਚੀਜ਼ ਨੂੰ, ਐਕਸਪੀਰੀਅੰਸ ਨੂੰ, ਬਲੈਸਿੰਗ ਨੂੰ, ਆਸ਼ੀਰਵਾਦ ਨੂੰ ਅਸੀਂ ਸਿਰਫ ਤੇ ਸਿਰਫ ਐਕਸਪੀਰੀਅੰਸ ਕਰ ਸਕਦੇ ਹਾਂ, ਤਾਂ ਉਸ ਨੂੰ ਐਕਸਪ੍ਰੈਸ ਕਰਨਾ ਬਹੁਤ ਹਾਰਡ ਹੋ ਜਾਂਦਾ ਹੈ। ਗੁਰੂ ਜੀ ਕਹਿ ਰਹੇ ਨੇ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਟ, ਉਰਮਨ ਮਨ ਮਨ ਹੀ ਮਿਲੇ ਛੁੱਟ ਕਰ ਬਜਟ ਕਪਾਟ। ਫਿਰ ਉਸ ਵੇਲੇ ਸਾਰੇ ਹੀ ਦਰਵਾਜ਼ੇ ਖੁੱਲ੍ਹ ਜਾਂਦੇ ਹਨ, ਤੇ ਜਿਸ ਵੇਲੇ ਆਪਣੇ ਆਪ ਨੂੰ ਅਸੀਂ ਬਲੈਂਡ ਕਰ ਲੈਂਦੇ ਹਾਂ ਉਸ ਸੁਪਰੀਮ ਸੋਲ ਦੇ ਵਿੱਚ। ਭਗਤੀ ਜੁਗਤ ਮਤ ਸਤ ਕਰੀ ਪਰਮ ਬੰਧਨ ਕਾਟ ਬਿਕਾਰ, ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਅਨੇਕ ਯਤਨ ਨਿਰੈ ਗ੍ਰਹਿ ਕੀਏ ਟਾਰੀ ਨਾ ਟਾਰੇ ਪਰਮ ਫਾਸ, ਪ੍ਰੇਮ ਭਗਤੀ ਨਹੀਂ ਉਪਜੇ ਤਾਂ ਤੇ ਰਵਿਦਾਸ ਉਦਾਸ। ਗੁਰੂ ਜੀ ਦੇ ਸ਼ਬਦ ਸਾਨੂੰ ਕਿਸ ਤਰ੍ਹਾਂ ਸਮਝਾਉਂਦੇ ਹਨ ਕਿ ਸਾਡਾ ਜੋ ਮਾਈਂਡ ਹੈ, ਜੋ ਸਾਡੇ ਖੁਸ਼ੀਆਂ ਤੇ ਗਮੀਆਂ ਹਨ, ਜੋ ਜ਼ਿੰਦਗੀ ਦੇ ਹਨੇਰੇ ਹਨ, ਅਸੀਂ ਉਸੇ ਦੇ ਵਿੱਚ ਰਹਿ ਕੇ ਹੀ ਆਪਣੀ ਜ਼ਿੰਦਗੀ ਦੇ ਜਿੰਨੇ ਵੀ ਸਾਲ ਹੁੰਦੇ ਹਨ ਉਸ ਦੇ ਵਿੱਚ ਆਪਣੀ ਡਿਊਟੀਜ਼ ਪਰਫਾਰਮ ਕਰਦੇ ਕਰਦੇ ਆਪਣੀ ਰਿਐਲਿਟੀ ਨੂੰ, ਆਪਣੀ ਸੱਚਾਈ ਨੂੰ ਭੁੱਲ ਜਾਂਦੇ ਹਾਂ। ਕਿ ਗੁਰੂ ਜੀ ਕਹਿ ਰਹੇ ਹਨ ਕਿ ਜਿੰਨੇ ਮਰਜ਼ੀ ਤੁਸੀਂ ਰਿਚੁਅਲ, ਰੀਤਾਂ ਰਿਵਾਜਾਂ ਦੇ ਵਿੱਚ ਪੈ ਜਾਵੋ, ਪਰ until you connect yourself with the right connection, ਜਿਸ ਪਾਸੇ ਵੱਲ
ਜਿੱਥੋਂ ਸਾਨੂੰ ਗਿਆਨ ਮਿਲਦਾ, ਜਿੱਥੋਂ ਸਾਨੂੰ ਨੌਲੇਜ ਮਿਲਦਾ ਹੈ, ਜਦ ਤੱਕ ਅਸੀਂ ਉਸ ਪਾਸੇ ਵੱਲ ਆਪਣੇ ਆਪ ਨੂੰ ਕਨੈਕਟ ਨਹੀਂ ਨਾ ਕਰਦੇ, ਉਦੋਂ ਤੱਕ ਅਸੀਂ ਦੁਬਿਧਾ ਦੇ ਵਿੱਚ, ਡੁਅਲਿਟੀ ਦੇ ਵਿੱਚ ਹੀ ਫਸੇ ਰਹਿ ਜਾਂਦੇ ਹਾਂ। ਇਹ ਗੁਰੂ ਜੀ ਦੇ ਸ਼ਬਦ ਹਨ ਕਿ ਮੈਂ ਕਈ ਮੈਥਡ, ਕਈ ਤਰੀਕੇ ਟਰਾਈ ਕੀਤੇ ਹਨ, ਕਈ ਟਰਨਿੰਗਸ ਲਈਆਂ ਹਨ, ਪਰ ਉਹਨਾਂ ਦੇ ਵਿੱਚ ਜਿਉਂ-ਜਿਉਂ ਮੈਂ ਜਾਂਦਾ ਗਿਆ, ਤਿਉਂ-ਤਿਉਂ ਦੁਬਿਧਾ ਦੇ ਵਿੱਚ, ਡੁਅਲਿਟੀ ਦੇ ਵਿੱਚ ਫਸਿਆ ਗਿਆ। ਉਸ ਡੁਅਲਿਟੀ ਦੇ ਵਿੱਚੋਂ, ਦੁਬਿਧਾ ਦੇ ਵਿੱਚੋਂ, ਭਰਮ ਦੇ ਵਿੱਚੋਂ ਮੈਨੂੰ ਨਿਕਲਣ ਦਾ ਕੋਈ ਵੀ ਰਸਤਾ ਨਹੀਂ ਮਿਲਿਆ। ਅਨੇਕ ਯਤਨ ਰਹਿ ਕੇ ਬਹੁਤ ਸਾਰੇ ਕੋਸ਼ਿਸ਼ ਕੀਤੀਆਂ, ਯਤਨ ਕੀਤੇ, ਪਰ ਮੇਰੀ ਜੋ ਦੁਬਿਧਾ ਸੀ, ਡੁਅਲਿਟੀ ਸੀ, ਉਹਨਾਂ ਦਾ ਐਂਡ ਹੋਇਆ ਹੀ ਨਹੀਂ। ਇਸ ਗੱਲ ਸੋਚ ਕੇ ਗੁਰੂ ਜੀ ਕਹਿ ਰਹੇ ਨੇ ਕਿ ਮੇਰਾ ਮਨ ਵੀ ਉਦਾਸ ਹੈ ਕਿ ਮੈਂ ਇੰਨਾ ਕੁਛ ਪਰਫਾਰਮ ਕੀਤਾ, ਸਤਯੁਗ ਦੇ ਵਿੱਚ, ਦੁਆਪਰ ਦੇ ਵਿੱਚ, ਤ੍ਰੇਤੇ ਦੇ ਵਿੱਚ, ਉਹਨਾਂ ਦੇ ਵਿੱਚ ਰਿਚੁਅਲ, ਰੀਤ ਰਿਵਾਜਾਂ ਦੇ ਵਿੱਚ ਪੈ ਕੇ ਮੈਨੂੰ ਕੋਈ ਵੀ ਇਹੋ ਜਿਹਾ ਰਸਤਾ ਨਹੀਂ ਮਿਲਿਆ। ਹਾਊ ਕੈਨ ਆਈ ਸਵਿਮ ਅਕ੍ਰੋਸ, ਮੋਸਿਓ ਕੋ ਨਾ ਕਹੇ ਸਮਝਾਏ, ਨੋਬਡੀ ਐਕਸਪਲੇਨਡ ਮੀ। ਗੁਰੂ ਜੀ ਸਾਨੂੰ ਐਕਸਪਲੇਨ ਕਰ ਰਹੇ ਨੇ, ਗੁਰੂ ਜੀ ਸਾਨੂੰ ਬਾਹੋਂ ਫੜ ਕੇ ਡਾਰਕਨੈਸ ਦੇ ਵਿੱਚੋਂ, ਹਨੇਰੇ ਦੇ ਵਿੱਚੋਂ ਬਾਹਰ ਕੱਢ ਰਹੇ ਨੇ। ਗੁਰੂ ਜੀ ਦਾ ਸ਼ਬਦ ਹੈ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹੇ ਰਵਿਦਾਸ ਆਸ ਲੱਗ ਜੀਵਿਓ, ਚਿਰ ਭੈਓ ਦਰਸ਼ਨ ਦੇਖੇ। ਗੁਰੂ ਜੀ ਹਰ ਇੱਕ ਸ਼ਬਦ ਦੇ ਵਿੱਚ ਬੜੇ ਪੋਲਾਈਟ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿੰਨਾ ਕੰਪੈਸ਼ਨੇਟ ਹੈ ਲਾਰਡ, ਕਿੰਨਾ ਦੀਨ ਦਿਆਲ ਹੈ। ਤੇ ਉਹਦੇ ਜਿਹੜੇ ਸ਼ਬਦ ਹਨ, ਉਹਦੀ ਜਿਹੜੀ ਬਾਣੀ ਹੈ, ਉਹ ਜਿਹੜੀ ਟੀਚਿੰਗ ਹੈ, ਜਦ ਤੱਕ ਸਾਡੇ ਮਨਾਂ ਉੱਤੇ ਉਸ ਦਾ ਅਸਰ ਨਹੀਂ ਨਾ ਹੁੰਦਾ, ਤਦ ਤੱਕ ਅਸੀਂ ਹਨੇਰਿਆਂ ਦੇ ਵਿੱਚ, ਡਾਰਕਨੈਸ ਦੇ ਵਿੱਚ ਹੀ ਘੁੰਮਦੇ ਰਹਿੰਦੇ ਹਾਂ। ਉਹਨਾਂ ਦੇ ਬਚਨ, ਬਚਨੀ ਤੋਰ ਮੋਰ ਮਨ, ਬਚਨੀ ਤੋਰ ਮੋਰ ਮਨ ਮਾਨੇ, ਜਨ ਕੋ ਪੂਰਨ ਦੀਜੇ। ਜਦੋਂ ਉਹਨਾਂ ਦੇ ਬਚਨ, ਉਹਨਾਂ ਦੇ ਸ਼ਬਦ, ਉਹਨਾਂ ਦੇ ਸ਼ਲੋਕ ਸਾਡੇ ਮਨ ਦੇ ਵਿੱਚ ਘਰ ਘਰ ਜਾਂਦੇ ਹਨ, ਤੇ ਫਿਰ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੁੰਦਾ ਹੈ, ਲਾਈਟ ਮਿਲਦੀ ਹੈ। ਤੇ ਲਾਈਟ ਤਦ ਹੀ ਮਿਲ ਸਕਦੀ ਜਦੋਂ ਅਸੀਂ ਆਪਣੇ ਆਪ ਨੂੰ ਸਹੀ ਕਨੈਕਸ਼ਨ ਦੇ ਨਾਲ ਜੋੜਨ ਦੀ ਟਰਾਈ ਕਰਾਂਗੇ। ਗੁਰੂ ਜੀ ਸਾਨੂੰ ਇਨਸਾਨ ਬਣ ਕੇ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੋੜਨ ਦਾ ਸਬਕ ਦੇ ਰਹੇ ਨੇ ਕਿ ਜੋ ਲਾਈਫ ਹੈ, ਜੋ ਸਾਡੀ ਆਪਣੀ ਜ਼ਿੰਦਗੀ ਹੈ, ਇਹਨੂੰ ਹਨੇਰਿਆਂ ਦੇ ਵਿੱਚੋਂ ਬਾਹਰ ਕੱਢ ਕੇ ਆਪਾਂ ਚੰਗੇ ਪਾਸੇ ਵੱਲ ਆਪਣੀ ਜ਼ਿੰਦਗੀ ਨੂੰ ਲਾਈਏ। ਆਓ ਆਪਾਂ ਇੱਕ ਇਹ ਸ਼ਬਦ ਸਰਵਣ ਕਰਦੇ ਹਾਂ ਜੋ ਗੁਰੂ ਜੀ ਨੇ ਲਿਖਿਆ ਹੈ ਕਿ ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, हम सर दीन दयाल न तुम सर अपति अर्क्य कीजे, बचनी तोर मोर मन माने, जन को पूर्ण दीजे, हों बल बल जाऊं रमैया कारणे, कारण कवन अबोल, बहुत जन्म बिशरे थे माधो, ये जन्म तुम्हारे लिखे। शब्द तो बाद आप इस शब्द ਵਿੱਚ 2-4 ਮਿੰਟ ਦੇ ਵਿੱਚ ਗੱਲਾਂ ਕਰਾਂਗੇ। ਆਓ ਆਪਾਂ ਇਸ ਸ਼ਬਦ ਨੂੰ ਸਰਵਣ ਕਰੀਏ ਜੀ। ਇਹ ਜਨਮ तुम्हारे लेखे, ए जन्म 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 तुम्हारे लेखे। हम सर दीन दयाल न तुम सर, हम सर दीन दयाल न तुम सर, अब पति क्या कीजिए, जन्म तुम्हारे लेखे,
जन्म तुम्हारे लेखे, ए जन्म तुम्हारे लेखे, तुम्हारे लेखे, ए जन्म तुम्हारे लेखे, जन्म तुम्हारे लेखे, ए जन्म तुम्हारे लेखे। कह रविदास आस लग जीवो, कह रविदास आस लग जीवो, चिर भयो दर्शन देखे, जन्म तुम्हारे लेखे, ए जन्म तुम्हारे, ए जन्म तुम्हारे लेखे, ए जन्म तुम्हारे लेखे, जन्म तुम्हारे लेखे, ए जन्म तुम्हारे लेखे, तुम्हारे लेखे, ए जन्म तुम्हारे। कह रविदास आस लग जीव्यो चिर पैओ दर्शन देखे। प्लेसिंग माई होप्स इन यू, आस करके, होप करके कि गुरु जी कह रहे हैं कि ब्लैस मी, ਮੈਨੂੰ ਇਹੋ ਜਿਹਾ ਗਿਆਨ ਦਿਓ, ਇਹੋ ਜਿਹਾ ਨੌਲੇਜ ਦਿਓ ਆਪਣੀ ਬਾਣੀ ਦੇ ਵਿੱਚੋਂ, ਸ਼ਬਦਾਂ ਦੇ ਵਿੱਚੋਂ, ਕਿ ਜਿਹੜਾ ਮਾਈਂਡ ਹੈ ਮੇਰਾ, ਜਿਹੜਾ ਮਾਈ ਮਾਈਂਡ ਸਰਾਊਂਡਡ ਟੂ ਯੂਰ ਵਰਡਸ, ਕਿ ਜਿਸ ਦੇ ਨਾਲ ਮੈਨੂੰ ਗਿਆਨ ਮਿਲ ਜਾਵੇ, ਮੈਨੂੰ ਪ੍ਰੋਪਰ ਪਰਫੈਕਸ਼ਨ ਮਿਲ ਜਾਵੇ। ਬਚਨੀ ਤੋਰ ਮੋਰ ਮਨ ਮਾਨੇ, ਤੇਰੇ ਸ਼ਬਦ ਹਨ, ਤੇਰੀ ਜੋ ਬਾਣੀ ਹੈ ਜੋ ਮਨਾਂ ਦੇ ਵਿੱਚ ਬਸ ਜਾਊਗੀ, ਤੇ ਫਿਰ ਮੈਨੂੰ ਉੱਥੋਂ ਇੱਕ ਗਿਆਨ ਮਿਲ ਜਾਊਗਾ, ਇੱਕ ਨੌਲੇਜ ਮਿਲ ਜਾਊਗਾ। ਉਸ ਨੌਲੇਜ ਦੇ ਨਾਲ ਮੈਨੂੰ ਜੋ ਮੁਕਤੀ ਹੈ, ਸਲਵੇਸ਼ਨ ਹੈ, ਫਰੀडम ਹੈ, ਮਿਲ ਜਾਵੇਗੀ। ਮੇਰੀ ਜ਼ਿੰਦਗੀ ਤੇ ਡਾਰਕਨੈਸ, ਹਨੇਰੇ ਦੂਰ ਹੋ ਜਾਣਗੇ। ਗੁਰੂ ਜੀ ਦੇ ਸ਼ਬਦ ਬਹੁਤ ਸਾਰੇ ਹਨ, ਸਾਰੇ ਸ਼ਬਦਾਂ ਵਿੱਚੋਂ ਸਾਨੂੰ ਬਹੁਤ ਸਾਰਾ ਗਿਆਨ ਮਿਲਦਾ ਹੈ। ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਆਪਣੀ ਘਰਾਂ ਨੂੰ ਛੱਡ ਕੇ ਬਾਹਰ ਚਲੇ ਜਾਵੋ। ਉਹਨਾਂ ਨੇ ਕਿਹਾ ਆਪਣੇ ਤਰੀਕਿਆਂ ਦੇ ਨਾਲ, ਸੋਹਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜੀਓ, ਆਪਣੇ ਪਰਿਵਾਰ ਦੇ ਵਿੱਚ ਰਹਿ ਕੇ। ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਜੰਗਲਾਂ ਵਿੱਚ ਚਲੇ ਜਾਵੋ, ਤੁਸੀਂ ਗੁਫਾਵਾਂ ਦੇ ਵਿੱਚ ਚਲੇ ਜਾਵੋ, ਤੁਸੀਂ ਬਾਲ ਵਧਾ ਲਵੋ ਜਾਂ ਬਾਲ ਕਟਾ ਲਵੋ। ਉਹਨਾਂ ਨੇ ਕਿਸੇ ਇਹੋ ਜਿਹੀ ਗੱਲ ਨਹੀਂ ਕੀਤੀ ਕਿ ਉਹਨਾਂ ਨੇ ਕਿਹਾ ਕਿ ਜੋ ਦਿਲੋਂ ਭਗਤੀ ਕੀਤੀ ਜਾਂਦੀ ਹੈ, ਜੋ ਆਪਣੇ ਆਤਮਾ ਦੇ ਨਾਲ ਆਪਣੇ ਕਨੈਕਸ਼ਨ ਨੂੰ ਉਸ ਲੋੜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਸ਼ਬਦਾਂ ਦੇ ਵਿੱਚੋਂ, ਉਸ ਬਾਣੀ ਦੇ ਵਿੱਚੋਂ ਕੁਛ ਨਾ ਕੁਛ ਜਦੋਂ ਸਿੱਖ ਲੈਂਦੇ ਹਾਂ, ਚੰਗੀ ਯੂਨੀਵਰਸਿਟੀ ਵਿੱਚ ਜਾ ਕੇ ਚੰਗਾ ਸਾਨੂੰ ਰਿਵਾਰਡ ਮਿਲ ਜਾਂਦਾ ਹੈ, ਤੇ ਸਾਨੂੰ ਉੱਥੋਂ ਜੋ ਕੁਆਲੀਫਿਕੇਸ਼ਨ, ਡਾਕਟਰੇਟ ਦੀ ਡਿਗਰੀ ਮਿਲਦੀ ਹੈ, ਉਸ ਦੀ ਗੱਲ ਗੁਰੂ ਜੀ ਕਹਿ ਰਹੇ ਨੇ ਕਿ ਉਹ ਜੋ ਕਨੈਕਸ਼ਨ ਸਾਡਾ ਜੁੜ ਜਾਂਦਾ ਹੈ ਉਸ ਲੋੜ ਦੇ ਨਾਲ, ਜਿਸ ਨੂੰ ਕਹਿ ਰਹੇ ਕਿ ਕਾਰਨ ਕਵਨ ਅਬੋਲ, ਵਾਈ ਯੂ ਸਾਇਲੈਂਟ, ਬਲੈਸ ਮੀ। ਗੁਰੂ ਜੀ ਕਹਿ ਰਹੇ ਕਿ ਸਾਨੂੰ ਗਿਆਨ ਦੇ ਰਹੇ ਹਨ, ਸਾਨੂੰ ਨੌਲੇਜ ਕਰ ਰਹੇ ਹਨ ਕਿ ਚੰਗੇ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਓ, ਇਨਸਾਨ ਬਣ ਕੇ ਆਪਣੀ ਜ਼ਿੰਦਗੀ ਜੀਓ, ਨਾ ਕਿਸੇ ਨਾਲ ਬੁਰਾ ਕਰੋ, ਨਾ ਹੀ ਕਿਸੇ ਨੂੰ ਬੁਰਾ ਕਰਨ ਦਿਓ, ਤੇ ਆਪਣੀ ਜ਼ਿੰਦਗੀ ਨੂੰ ਸੁਚੱਜੇ ਢੰਗ ਦੇ ਨਾਲ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰਮ ਮੈਲ ਨਾ ਕੋ ਅਟਕਾਵੇ। ਕਿ ਜਦੋਂ ਕਦੇ ਅਸੀਂ ਬਿਲਕੁਲ ਰਿਲੈਕਸ ਹੋ ਕੇ ਤੁਰੇ ਜਾਂਦੇ ਹਾਂ, ਸੈਰ ਕਰਦੇ ਹਾਂ, ਨਾ ਸਾਨੂੰ ਕੋਈ ਡਿਸਟਰਬ ਕਰਦਾ ਹੈ, ਨਾ ਅਸੀਂ ਕਿਸੇ ਨੂੰ ਡਿਸਟਰਬ ਕਰਦੇ ਹਾਂ। ਇੱਕ ਪੀਸਫੁਲ ਜ਼ਿੰਦਗੀ ਦੀ ਗੱਲ ਗੁਰੂ ਜੀ ਨੇ ਕੀਤੀ ਕਿ ਆਪਣੇ ਸੋਹਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜੀਓ। ਜ਼ਿੰਦਗੀ ਜਿਉਣ ਦੇ ਨਾਲ ਨਾਲ ਕਿਸੇ ਨੂੰ ਤੰਗ ਕਰਨਾ, ਕਿਸੇ ਦਾ ਹੱਕ ਖੋਣਾ, ਕਿਸੇ ਦੇ ਕੋਲੋਂ ਖੋ ਕੇ ਕਿਸੇ ਨੂੰ ਆਪਣੇ ਵਿਸ਼ ਨੂੰ, ਆਪਣੇ ਜੋ ਉਸਦੀ ਡਿਜ਼ਾਇਰ ਹੈ ਉਸ ਨੂੰ ਪੂਰਾ ਕਰਨ ਦੇ ਲਈ ਕਿਸੇ ਨੂੰ ਹਾਰਮ ਕਰਨਾ, ਉਸ ਦੇ ਬਿਲਕੁਲ ਗੁਰੂ ਜੀ ਵਿਰੁੱਧ ਹਨ। ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਇਹ ਪਰਮਾਤਮਾ ਮੈਨੂੰ ਇਹੋ ਜਿਹੇ ਤਰੀਕੇ ਨਾਲ ਬਲੈਸ ਕਰ ਕਿ ਮੈਂ ਤੇਰੇ ਨਾਲ ਜੁੜ ਜਾਵਾਂ। ਹਮਸਰ ਦੀਨ ਦਿਆਲ ਨ ਤੁਮਸਰ, ਅਬ ਪਤੀ ਅਰਕਿਆ ਕੀਜੇ। ਹੁਣ ਹੋਰ ਮੇਰੇ ਕੋਲੋਂ ਕਿਹੜੇ ਟੈਸਟ ਦੀ ਜ਼ਰੂਰਤ ਹੈ। ਬਚਨੀ ਤੋਰ ਮੋਰ ਮਨ ਮਾਨੇ, ਜਨ ਕੋ ਪੂਰਨ ਦੀਜੇ। ਤੇਰੇ ਸ਼ਬਦਾਂ ਦੇ ਵਿੱਚੋਂ ਜੋ ਮੈਨੂੰ ਨੌਲੇਜ ਮਿਲਿਆ, ਉਸ ਤੋਂ ਵਿੱਚੋਂ ਮੈਨੂੰ ਸੈਲਵੇਸ਼ਨ, ਮੈਨੂੰ ਪਰਫੈਕਸ਼ਨ ਦੇ। ਬਿਕੋਜ਼ ਆਮ ਸੈਕਰੀਫਾਈਸਿੰਗ ਮਾਈਸੈਲਫ ਟੂ ਦ ਲੋਰਡ। ਗੁਰੂ ਜੀ ਇਹ ਕਹਿ ਰਹੇ ਨੇ ਕਿ ਪਰਮਾਤਮਾ ਮੈਨੂੰ ਬਲੈਸ ਕਰ, ਮੈਂ ਤੇਰੇ ਨਾਲ ਕਨੈਕਸ਼ਨ ਜੋੜਨ ਦੀ ਟਰਾਈ ਕਰ ਰਿਹਾ ਹਾਂ, ਮੈਨੂੰ ਇਹੋ ਜਿਹਾ ਗਿਆਨ ਦੇ, ਇਹੋ ਜਿਹਾ ਨੌਲੇਜ ਦੇ, ਤਾਂ ਕਿ ਮੈਂ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਬਚ ਜਾਵਾਂ। ਗੁਰੂ ਜੀ ਕਹਿ ਰਹੇ ਨੇ ਕਿ ਬਹੁਤ ਸੋਹਣੀ ਜ਼ਿੰਦਗੀ ਮਿਲੀ ਹੈ, ਭਾਵੇਂ ਕਿ ਉਹਨਾਂ ਨੇ ਕਿਹਾ ਕਿ ਕਿੰਗ ਜੋ ਇੰਦਰ ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਉਹਦੇ ਬਰਾਬਰ ਵੀ ਸਾਡੀ ਜ਼ਿੰਦਗੀ ਕਿਉਂ ਨਾ ਮਿਲ ਜਾਵੇ, ਪਰ ਉਸ ਤੋਂ ਬਿਨਾਂ ਸਾਡੀ ਜਿਹੜੀ ਭਗਤੀ ਤੋਂ ਬਿਨਾਂ, ਪ੍ਰੇਅਰ ਤੋਂ ਬਿਨਾਂ ਸਾਡੀ ਜ਼ਿੰਦਗੀ ਬਿਲਕੁਲ ਖੁਰਖਰੀ ਜਿਹੀ ਰਹਿ ਜਾਂਦੀ ਹੈ, ਕਿਉਂਕਿ ਅਸੀਂ ਪਰਮਾਤਮਾ ਦਾ ਨਾਮ ਵਿਚਾਰਦੇ ਹੀ ਨਹੀਂ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬੇਕੇ। ਰਾਜੇ ਇੰਦਰ ਸਮਸਰ ਗਏ ਆਸਨ, ਬਿਨ ਹਰ ਭਗਤ ਕਹੋ ਕਹਿ ਲੇਖੇ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਾ ਰਸ ਅਨਰਸ ਬਿਸਰ ਜਾਏ।
ਕਿ ਅਸੀਂ ਜਾਣ ਬੁੱਝ ਕੇ ਹੀ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੇ ਹਾਂ। ਬਹੁਤ ਸਾਰੀ ਪ੍ਰੈਸ਼ੀਅਸ ਜ਼ਿੰਦਗੀ ਸਾਨੂੰ ਮਿਲੀ ਹੈ, ਇਹ ਅਸੀਂ ਇਸ ਨੂੰ ਵੇਸਟ ਨਾ ਕਰੀਏ, ਅਸੀਂ ਇਸ ਨੂੰ ਖਰਾਬ ਨਾ ਕਰੀਏ, ਚੰਗੇ ਕੰਮ ਕਰੀਏ, ਚੰਗੀ ਸੋਚ ਰੱਖੀਏ, ਚੰਗੇ ਇਨਸਾਨ ਬਣੀਏ। ਧਰਮਾਂ ਦੇ ਨਾਂ 'ਤੇ ਪਾਈਆਂ ਹੋਈਆਂ ਡਿਵੀਜ਼ਨਸ ਨੂੰ ਅਸੀਂ ਕ੍ਰੀਏਟ ਨਾ ਕਰੀਏ, ਆਪਸ ਵਿੱਚ ਇੱਕ ਇਹੋ ਜਿਹੀ ਸਾਂਝ, ਇੱਕ ਇਹੋ ਜਿਹਾ ਪ੍ਰੇਮ ਬਣਾ ਕੇ ਰੱਖੀਏ ਜਿਸ ਦੇ ਨਾਲ ਅਸੀਂ ਇਨਸਾਨਾਂ ਦੇ ਵਿੱਚੋਂ ਇਨਸਾਨੀਅਤ ਨੂੰ ਲੱਭ ਸਕੀਏ। ਭਾਵੇਂ ਵੱਖੋ ਵੱਖ ਧਰਮ ਹਨ, ਉਹਨਾਂ ਦੇ ਪੂਜਾ ਪਾਠ ਕਰਨ ਦੇ ਪ੍ਰੇਅਰ ਵੱਖੋ ਵੱਖਰੇ ਹਨ। ਉਹੀ ਗੱਲ ਗੁਰੂ ਜੀ ਨੇ ਕਹੀ ਸੀ ਕਿ ਵੱਖੋ ਵੱਖ ਧਰਮ ਹਨ, ਵੱਖੋ ਵੱਖ ਉਹਨਾਂ ਨੇ ਤਰੀਕੇ ਹਨ, ਉਹਨਾਂ ਦੇ ਵਿੱਚੋਂ ਜੋ ਇੱਕ ਸਾਨੂੰ ਇੱਕ ਚੰਗਾ ਰਸਤਾ ਲੱਭਣ ਦੀ ਜ਼ਰੂਰਤ ਹੈ, ਇੱਕ ਇਹੋ ਜਿਹਾ ਕਾਮਨ ਪਾਥ ਲੱਭਣ ਦੀ ਜ਼ਰੂਰਤ ਹੈ ਜਿਸ ਦੇ ਨਾਲ ਸਾਡੇ ਵਿੱਚ ਆਪਸ ਵਿੱਚ ਇੱਕ ਇਹੋ ਜਿਹਾ ਪ੍ਰੇਮ ਪਿਆਰ ਬਣ ਜਾਵੇ, ਇੱਕ ਇਹੋ ਜਿਹੀ ਸਾਂਝ ਬਣ ਜਾਵੇ, ਇੱਕ ਇਹੋ ਜਿਹੀ ਨੌਲੇਜ ਜਾਂ ਇਹੋ ਜਿਹੇ ਗਿਆਨ ਦੀ ਇੱਕ ਸਾਨੂੰ ਤਰੀਕਾ ਆ ਜਾਵੇ ਕਿ ਸਾਡੇ ਮਨਾਂ ਦੇ ਵਿੱਚ ਪਾਈਆਂ ਹੋਈਆਂ ਜੋ ਵੀ ਡਿਊਲਿਟੀਜ਼ ਹਨ, ਦੁਬਿਧਾ ਹਨ, ਪੈਸ਼ਨਸ ਹਨ ਜਾਂ ਹੋਰ ਜੋ ਵੀ ਖਰਾਬੀਆਂ ਹਨ, ਉਹ ਸਾਰੀਆਂ ਹੀ ਨਿਕਲ ਜਾਣ। ਸਤਜੁਗ ਸਤਿ ਜਗੀ ਦੁਆਪਰ ਪੂਜਾ ਚਾਰ, तीनों जुग तीनों दड़े कल केवल नाम आधार, पार कैसे पाए बोरे मोसो को ना कहे समझाए। गुरु जी के शब्दों के विचों आओ आप कुछ ना कुछ समझने की कोशिश करिए। गुरु जी एक ज्ञान हैं, एक नॉलेज हैं। नॉलेज ही सानू डार्कनैस तो बाहर निकलता है, कढ़ता है, तो डार्कनैस तो बाहर निकलने का रस्ता यही है कि आप इस पासे वाल अपने जिन्ना भी स्पेयर टाइम होंगे अपने आप जोड़ने की कोशिश करिए। उम्मीद है कि अज का प्रोग्राम तुहानू पसंद आया होगा। मेरे वालों सारिਆਂ ਨੂੰ जय गुरुदेव, धन गुरुदेव। थैंक यू जी।